ਤਾਂ ਨੌਜਵਾਨ ਖਾਸ ਕਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮਨ ਦੇ ਵਿੱਚ ਇੱਕ ਇੱਛਾ ਪੈਦਾ ਹੁੰਦੀ ਹੈ ਕਿ ਅਸੀਂ ਸੰਤ ਜੀ ਨੂੰ ਮਿਲ ਕੇ ਆਈਏ ਕਿ ਜਿਹੜਾ ਉਹ 7 ਦਿਨ ਦਾ ਜਾਂ 6 ਦਿਨ ਦਾ ਜਿਹੜਾ ਯੁੱਧ ਚੱਲਿਆ ਉਹ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਹੈ, ਪਰ ਉਹ ਸਾਰਾ ਕੁਝ ਹੀ ਨਹੀਂ ਹੈਗਾ। ਮੀਰ ਮੰਨੂ, ਮੁਗਲ, ਵਜ਼ੀਰ ਖਾਂ, ਸੂਬੇਦਾਰ ਲਾਹੌਰ, ਇਹ ਸਾਰੀਆਂ ਅਬਦਾਲੀ ਇਹ ਨਹੀਂ ਖਤਮ ਕਰ ਸਕੇ ਤਾਂ ਅਸੀਂ ਕਿਵੇਂ ਖਤਮ ਕਰ ਲਾਂਗੇ? ਦਇਆਨੰਦ ਸਰਸਵਤੀ ਵੀ ਕਹਿੰਦਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਹੈ ਤੇ ਭਾਰਤ ਦਾ ਸੰਵਿਧਾਨ ਵੀ ਕਹਿੰਦਾ ਸਿੱਖ ਹਿੰਦੂਆਂ ਦਾ ਹਿੱਸਾ ਹੈ। ਸੋ ਉਹ ਜਿਹੜੀ ਸੋਚ ਹੈ ਉਹਨੇ ਅਟੈਕ ਕਰਵਾਇਆ 1984 ਦਾ। ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਵੀ ਅਸੀਂ ਤਾਂ ਕੋਈ ਬੰਦਾ ਚੁਣਨਾ ਹੀ ਚੁਣਨਾ ਹੈ ਕਿ ਤੂੰ ਇਹਦੇ ਲਈ ਸਹਿਮਤ ਹੈ? ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਗਿਆ, ਇਹਨੇ ਕਿਹਾ ਮੈਂ ਸਹਿਮਤ ਹਾਂ ਤੇ ਮੈਨੂੰ ਰਾਜ ਭਾਗ ਚਾਹੀਦਾ। ਉਹ ਕਹਿੰਦੇ ਰਾਜ ਭਾਗ ਤੈਨੂੰ ਮਿਲੂਗਾ ਪਰ ਤੈਨੂੰ ਸਿੱਖੀ ਨੂੰ ਖਤਮ ਕਰਨ ਦੇ ਮਸੂਬੇ ਜਿਹੜੇ ਅਸੀਂ ਭੇਜਾਂਗੇ ਉਹ ਲਾਗੂ ਕਰਨੇ ਪੈਣੇ ਨੇ, ਪਾਵਰ ਅਸੀਂ ਤੈਨੂੰ ਦਿਆਂਗੇ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ ਜੀ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਕਿ ਤੁਹਾਡੀ ਸੇਵਾ ਦੇ ਵਿੱਚ ਕੋਈ ਨਾ ਕੋਈ ਮੁੱਦਾ ਲੈ ਕੇ ਹਾਜ਼ਰ ਹੋ ਜਾਣਾ ਵਾ। ਦਿਨ ਚੱਲਦੇ ਨੇ ਜੂਨ 1984 ਦੇ, ਤੇ ਜਦੋਂ ਮਹੀਨਾ ਜੂਨ ਆ ਜਾਂਦਾ ਹੈ ਤੇ ਤੁਹਾਨੂੰ ਪਤਾ ਹੈ ਵੀ ਜਿੱਥੇ ਧਰਤੀ ਦਾ ਤਾਪਮਾਨ ਵੱਧਦਾ ਸਾਡੇ ਅੰਦਰ ਵੀ ਇੱਕ ਗਰਮੀ ਵੱਧਦੀ ਹੈ, ਕਿਉਂਕਿ ਅਸੀਂ ਉਹ ਪੜ੍ਹ ਚੁੱਕੇ ਹਾਂ ਔਰ ਸਾਡੇ ਬਜ਼ੁਰਗ ਉਹ ਅੱਖਾਂ ਨਾਲ ਦੇਖ ਚੁੱਕੇ ਨੇ ਜੋ ਨਾ ਹੀ ਅਸੀਂ ਪੜ੍ਹਨਾ ਚਾਹੁੰਦੇ ਸਾਂ ਤੇ ਨਾ ਹੀ ਅੱਖਾਂ ਦੇ ਨਾਲ ਦੇਖਣਾ ਚਾਹੁੰਦੇ ਸਾਂ। ਉਹ ਸਾਰਾ ਕੁਝ ਜਦੋਂ ਸੀਨ ਜੂਨ 1984 ਆ ਜਾਂਦੀ ਹੈ, ਇਸ ਤੋਂ ਬਾਅਦ ਅਕਤੂਬਰ ਤੋਂ ਅੱਗੇ ਨਵੰਬਰ ਆ ਜਾਂਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਉਹ ਸਾਰਾ ਇਤਿਹਾਸ ਜਦੋਂ ਕੰਨਾਂ ਦੇ ਵਿੱਚ ਗੂੰਜਦਾ ਹੈ ਤੇ ਅੱਖਾਂ ਦੇ ਕੋਲੋਂ ਪਾਣੀ ਝੱਲਿਆ ਨਹੀਂ ਜਾਂਦਾ, ਉਹ ਸਾਰੇ ਬੰਨੇ ਟੱਪ ਕੇ ਬਾਹਰ ਨਿਕਲਦਾ ਹੈ। ਪਰ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਇਹ ਘਟਨਾਵਾਂ ਇਕੱਲਾ ਰੋਣ ਵਾਸਤੇ ਨਹੀਂ ਹੁੰਦੀਆਂ, ਇਹ ਘਟਨਾਵਾਂ ਇਕੱਲਾ ਲੋਕਾਂ ਨੂੰ ਇਮੋਸ਼ਨਲ ਕਰਨ ਵਾਸਤੇ ਨਹੀਂ ਹੁੰਦੀਆਂ, ਇਹ ਹੁੰਦੀਆਂ ਨੇ ਕਿ ਅਸੀਂ ਉਸ ਘਟਨਾ ਤੋਂ ਸਿੱਖਿਆ ਕੀ ਹੈ, ਵਿਸ਼ਲੇਸ਼ਣ ਕਰਕੇ ਉਸ ਵਰਤਮਾਨ ਦੇ ਵਿੱਚੋਂ ਆਪਣੇ ਭਵਿੱਖ ਦੀ ਰਣਨੀਤੀ ਕੀ ਤਿਆਰ ਕੀਤੀ ਹੈ। ਬੜਾ ਵੱਡਾ ਸਵਾਲ ਆ ਜਾਂਦਾ ਹੈ। ਅਸੀਂ ਸ਼ਹੀਦਾਂ ਦੀਆਂ ਗੱਲਾਂ ਕਰਦੇ ਹਾਂ ਪਰ ਸਵਾਲ ਇਹ ਹੈ ਵੀ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜਿਸ ਸੁਪਨੇ ਨੂੰ ਲੈ ਕੇ, ਜਿਸ ਮਨੋਰਥ ਨੂੰ ਲੈ ਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਉਸ ਮਨੋਰਥ ਨੂੰ ਅੱਗੇ ਕਿਹਨਾਂ ਕੋਲ ਲੈ ਕੇ ਚੱਲੇ ਆ? ਸਵਾਲ ਤੇ ਇਹ ਸੀ, ਪਰ ਇਹਨਾਂ ਵਾਲੇ ਪਾਸੇ ਅਸੀਂ ਕਦੀ ਧਿਆਨ ਨਹੀਂ ਦਿੱਤਾ। ਸੋ ਦਰਸ਼ਕੋ, ਮੈਂ ਤੁਹਾਨੂੰ ਅੱਜ ਦੱਸ ਦੇਣਾ ਚਾਹੁੰਦਾ, ਅੱਜ ਸਟੂਡੀਓ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਨਿਯੋਤਾ ਦਿੱਤਾ ਹੈ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਜੋ ਅਕਸਰ ਹੀ ਤੁਹਾਡੇ ਸਾਹਮਣੇ ਆਪਣੀ ਵਿਦਵਤਾ ਦਾ ਸਬੂਤ ਦਿੰਦੇ ਨੇ, ਜੋ ਸਾਡੇ ਸਵਾਲ ਹੁੰਦੇ ਨੇ ਉਹਨਾਂ ਦੇ ਜਵਾਬ ਦਿੰਦੇ ਨੇ। ਪਰ ਅੱਜ ਸਵਾਲ ਮੇਰੇ ਉਹ ਨੇ ਜੋ ਕਿਤਾਬਾਂ ਦੇ ਵਿੱਚ ਨਹੀਂ ਮਿਲਦੇ, ਜੋ ਪਬਲਿਕ ਦੇ ਅੰਦਰ ਸਵਾਲ ਨੇ, ਯੂਥ ਦੇ ਅੰਦਰ ਸਵਾਲ ਨੇ, ਤੇ ਮੇਰਾ ਮਨ ਕਹਿੰਦਾ ਸੀ ਕਿ ਉਹ ਸਾਰੇ ਸਵਾਲਾਂ ਦੇ ਜਵਾਬ ਲਵਾਂ। ਸਵਾਲ ਥੋੜ੍ਹੇ ਜਿਹੇ ਤਿੱਖੇ ਹੋ ਸਕਦੇ ਨੇ ਪਰ ਮੇਰਾ ਮਨ ਹੈ ਵੀ ਕਰੀਬ ਆਪਾਂ 3 ਐਪੀਸੋਡ ਦੇ ਵਿੱਚ ਸਾਰਾ ਮਸਲਾ ਹੱਲ ਕਰਾਂਗੇ। ਆਓ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਆਪਣੇ ਸਟੂਡੀਓ ਵਿੱਚ ਆਉਣ ਲਈ ਅਸੀਂ ਸਵਾਗਤ ਕਰਦੇ ਹਾਂ। ਆਪਣਾ ਵਿਸ਼ਾ ਹੈ ਜੂਨ 1984, ਪਹਿਲਾਂ ਦੇ ਹਾਲਾਤ, ਵਿਚਲੇ ਹਾਲਾਤ ਤੇ ਇਸ ਤੋਂ ਬਾਅਦ ਦਾ ਵਿਸ਼ਲੇਸ਼ਣ ਕਿ ਜਦੋਂ 6 ਜੂਨ ਆਇਆ ਕਰੇਗਾ ਸਾਡੇ ਜਥੇਦਾਰ ਹੱਥ ਵਿੱਚ ਫੜ ਕੇ ਇੱਕ ਮਤਾ ਪੜ੍ਹ ਦਿਆ ਕਰਨਗੇ ਤੇ ਇੰਨੇ ਨਾਲ ਕੌਮ ਜਿਹੜੀ ਹੈ ਠਰ ਜਾਇਆ ਕਰੇਗੀ ਕਿ ਗੁਲਾਮੀ ਨੂੰ ਹਜਮ ਕਰਨ ਦੀ ਆਦਤ ਪੈ ਚੁੱਕੀ ਹੈ, ਕਦੀ ਆਜ਼ਾਦੀ ਦਾ ਅਹਿਸਾਸ ਕਰ ਪਾਵਾਂਗੇ? ਇਹ ਸਾਰੇ ਸਵਾਲਾਂ ਦੇ ਅੱਜ ਆਪਾਂ ਜਵਾਬ ਲੈਣੇ ਨੇ। ਆਓ ਸਭ ਤੋਂ ਪਹਿਲਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੂੰ ਸਟੂਡੀਓ ਵਿੱਚ ਆਉਣ ਲਈ ਅਸੀਂ ਜੀਓ ਆਏ ਆਖਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡਾ ਧੰਨਵਾਦ, ਜਦੋਂ ਅਸੀਂ ਬੇਨਤੀ ਕਰਦੇ ਹਾਂ ਸਾਡੀ ਬੇਨਤੀ ਕਬੂਲ ਕਰਦੇ ਹੋ। ਪ੍ਰੋਫੈਸਰ, ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਹੈ ਜਦੋਂ ਅਸੀਂ ਤੁਹਾਡੇ ਨਾਲ ਸੰਘਰਸ਼ ਦੀ ਗੱਲ ਕਰਦੇ ਹਾਂ ਤੇ ਮੇਰੇ ਖਿਆਲ ਦੇ ਵਿੱਚ ਵੀ ਮੈਂ ਦਰਸ਼ਕਾਂ ਨੂੰ ਕਹਿ ਚੁੱਕਾ ਹਾਂ ਵੀ ਸਵਾਲ ਅੱਜ ਥੋੜ੍ਹੇ ਸਿੱਧੇ ਚੱਲਣਗੇ ਜੀ, ਕਿਉਂਕਿ ਜਦੋਂ ਅਸੀਂ ਤੁਹਾਨੂੰ ਪੇਸ਼ ਕਰਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਵੇਖਣ ਵਾਲਾ ਇਹ ਜ਼ਰੂਰ ਸੋਚੇਗਾ ਵੀ ਜਿਸ ਸ਼ਖਸ ਨੂੰ ਹਰਪ੍ਰੀਤ ਸਿੰਘ ਮਖੂ ਸਾਡੇ ਰੂਬਰੂ ਕਰ ਰਿਹਾ ਹੈ, 84 ਦੀ ਗੱਲ ਕਰ ਰਿਹਾ ਹੈ, ਉਹਨਾਂ ਦਾ ਇਸ ਸੰਘਰਸ਼ ਦੇ ਨਾਲ ਕੀ ਲੈਣਾ ਦੇਣਾ ਹੈ, ਇਸ ਸੰਘਰਸ਼ ਨੂੰ ਕੀ ਦੇਣਾ ਹੈ, ਇਸ ਨੂੰ ਅੱਗੇ ਮੂਵਮੈਂਟ ਨੂੰ ਲਿਜਾਣ ਦੇ ਵਿੱਚ ਇਹਨਾਂ ਦਾ ਯੋਗਦਾਨ ਕੀ ਰਿਹਾ ਹੈ? ਮੈਂ ਚਾਹਾਂਗਾ ਜੇ ਉਹ ਸਾਨੂੰ ਜਾਣਕਾਰੀ ਦੇ ਦਿਓ ਤੇ ਅਗਲੀਆਂ ਇੰਟਰਵਿਊ ਸੁਣਨੀਆਂ ਸਾਡੇ ਦਰਸ਼ਕਾਂ ਲਈ ਸੁਖਾਲੀਆਂ ਹੋ ਜਾਣਗੀਆਂ। ਮਖੂ ਸਾਹਿਬ, ਤੁਸੀਂ ਜਿਹੜਾ ਸਵਾਲ ਪੁੱਛਿਆ ਹੈ, ਮੇਰਾ ਇਸ ਸਾਰੇ ਸੰਘਰਸ਼ ਦੇ ਨਾਲ ਪਹਿਲਾ ਰਿਸ਼ਤਾ ਤਾਂ ਇਹ ਹੈ ਕਿ ਮੈਂ ਸਿੱਖਾਂ ਘਰ ਜੰਮਿਆ ਜੀ। ਪਰ ਜੇ ਸਮੇਂ ਦੀ ਤਰਤੀਬ ਨੂੰ ਅੱਗੇ ਚਲਾਈਏ ਤਾਂ ਪਹਿਲੀ ਮੈਨੂੰ ਸਿੱਧੀ ਸੱਟ ਜਾਂ ਸੋਚਣ ਲਈ ਮਜਬੂਰ ਹੋਣ ਵਾਲੀ ਘਟਨਾ ਜਿਹੜੀ ਸੀ, ਉਦੋਂ ਮੈਂ 16 ਸਾਲ ਦਾ ਸੀ, 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਹੋਇਆ ਜੀ, ਤਾਂ ਉਹ ਕੁਝ ਅੰਦਰਲੀ ਸਿੱਖ ਚੇਤਨਤਾ ਜਾਗੀ, ਪਰ ਸਮਝ ਇੰਨੀ ਨਾ ਹੋਣ ਕਰਕੇ ਉਹ ਕੇਵਲ ਜਾਗੀ ਹੋਈ ਚੇਤਨਤਾ ਦੇ ਰੂਪ 'ਚ ਰਹਿ ਗਈ। ਪਰ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਬਣਿਆ
ਜਾਂ ਸਿੱਖਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਸਾਡੇ ਹੀ ਸਿੱਖ ਸਾਡੇ ਹੀ ਅੰਮ੍ਰਿਤਸਰ ਸ਼ਹਿਰ 'ਚ ਚਿੱਟੇ ਦਿਨ ਵਿਸਾਖੀ ਵਾਲੇ ਦਿਨ ਕਤਲ ਕਰ ਦਿੱਤੇ ਜਾਣਗੇ, ਸ਼ਹੀਦ ਕਰ ਦਿੱਤੇ ਜਾਣਗੇ, ਤਾਂ ਉਹਦਾ ਕੋਈ ਉਹ ਨਹੀਂ ਹੋਏਗਾ। ਇਹ ਮੂਵਮੈਂਟ ਇੱਕ ਚੱਲੀ ਪੰਜਾਬ ਦੇ ਵਿੱਚ, ਜਿਹਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਾਫੀ ਵਧੀਆ ਰੋਲ ਅਦਾ ਕੀਤਾ ਨੌਜਵਾਨਾਂ ਨੂੰ ਕਾਲਜਾਂ ਦੇ ਵਿੱਚ ਜਗਾਉਣ ਵਾਸਤੇ। ਤਾਂ ਮੈਂ ਆਪਣੀ ਯਾਦ 'ਚੋਂ ਇਹ ਗੱਲ ਕਹਿ ਸਕਦਾ ਕਿ 1979-80 ਦੇ ਵਿੱਚ ਮੈਨੂੰ 2 ਰੁਪਏ ਦੀ ਪਰਚੀ ਕੱਟ ਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਬਣਾ ਦਿੱਤਾ ਗਿਆ। ਪਟਿਆਲੇ ਦੇ ਵਿੱਚ ਇੱਕ ਵਕੀਲ ਸਾਹਿਬ ਨੇ, ਬਹੁਤ ਮਸ਼ਹੂਰ ਜੰਡੂ ਸਾਹਿਬ, ਉਹਨਾਂ ਦਾ ਬੇਟਾ ਜੰਡੂ ਮੇਰੇ ਨਾਲ ਪੜ੍ਹਦਾ ਸੀ, ਉਹਨੇ ਮੇਰੀ ਪਰਚੀ ਕੱਟੀ ਸੀ। ਤੇ ਆ ਪਿਛਲੇ ਦਿਨਾਂ 'ਚ ਕੋਈ ਸਾਲ ਕੁ ਪਹਿਲਾਂ ਉਹ ਮੈਨੂੰ ਕੋਰਟ 'ਚ ਮਿਲ ਗਿਆ, ਉਹ ਵੀ ਵਕੀਲ ਹੈ। ਤਾਂ ਉਹ ਮੈਨੂੰ ਜੱਫੀ ਪਾ ਕੇ ਕਹਿੰਦਾ ਵੀ ਅਸੀਂ ਤਾਂ ਤੈਨੂੰ ਐਂਟਰ ਕਰਾਇਆ ਸੀ, ਪਰ ਅਸੀਂ ਬਾਹਰ ਹੋ ਗਏ, ਤੂੰ ਉੱਥੇ ਹੀ ਐਂਟਰਡ ਹੈ। ਸੋ ਮੇਰੀ ਐਂਟਰੀ ਜਿਹੜੀ ਹੈ ਇਹ 2 ਤਰੀਕੇ ਨਾਲ ਹੋਈ ਹੈ। ਇੱਕ 2 ਰੁਪਏ ਦੀ ਪਰਚੀ ਕੱਟ ਕੇ। ਅੱਛਾ, 2 ਪਰਚੀ ਕੱਟਦੇ ਹੁੰਦੇ ਸੀ ਉਦੋਂ? ਅਸੀਂ ਪਰਚੀ ਕੱਟਦੇ ਸੀ ਵੀ ਜਿਹੜਾ ਮੈਂਬਰ ਬਣੂਗਾ ਉਹ 2 ਰੁਪਏ ਦੀ ਪਰਚੀ ਕਟਾਊਗਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜੀ। ਸੋ ਮੇਰੀ ਰਿਸ਼ਤੇਦਾਰੀ ਜਿਹੜੀ ਇਸ ਸੰਘਰਸ਼ ਦੇ ਨਾਲ ਪਈ ਹੈ ਉਹ ਥਰੂ ਫੈਡਰੇਸ਼ਨ ਪਈ ਹੈ ਜੀ। ਤੇ ਅੱਗੇ ਚੱਲ ਕੇ 1981 ਦੇ ਵਿੱਚ ਮੈਂ BA ਪਾਸ ਕਰਕੇ MA 'ਚ ਯੂਨੀਵਰਸਿਟੀ 'ਚ ਆ ਗਿਆ। ਤੇ ਉਧਰੋਂ ਸੰਤ ਜਰਨੈਲ ਸਿੰਘ ਜੀ ਦਾ ਨਾਮ ਥੋੜਾ ਉੱਪਰ ਆਉਣ ਲੱਗ ਗਿਆ, ਕਿਉਂਕਿ 78 ਵਾਲੇ ਨਿਰੰਕਾਰੀ ਕਾਂਡ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਜੀ ਦਾ ਰੋਲ ਬਾਖੂਬੀ ਹੈ ਸੀ। ਭਾਈ ਫੌਜਾ ਸਿੰਘ ਜੀ ਤੇ ਉਹਨਾਂ ਦਾ ਦੋਨਾਂ ਦਾ ਜਿਹੜੀ ਸਲਾਹ ਦੇ ਨਾਲ ਉਹ ਸਾਰਾ ਕੁਝ ਹੋਇਆ ਸੀ, ਪਖੰਡ ਨੂੰ ਰੋਕਣ ਦੀ ਗੱਲ ਜੀ। ਜਦੋਂ ਸੰਤ ਜਰਨੈਲ ਸਿੰਘ ਜੀ ਸਿੱਖ ਸੀਨ ਦੇ ਉੱਤੇ ਆਉਂਦੇ ਨੇ ਤਾਂ ਨੌਜਵਾਨ ਖਾਸ ਕਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮਨ ਦੇ ਵਿੱਚ ਇੱਕ ਇੱਛਾ ਪੈਦਾ ਹੁੰਦੀ ਹੈ ਕਿ ਅਸੀਂ ਸੰਤ ਜੀ ਨੂੰ ਮਿਲ ਕੇ ਆਈਏ। ਮੈਂ ਭਾਵੇਂ ਉਸ ਟਾਈਮ ਮੇਰੀ ਦਾੜੀ ਫੁੱਟ ਰਹੀ ਸੀ, ਪਰ ਮੈਂ ਦਾੜੀ ਕੱਟਦਾ ਨਹੀਂ ਸੀ। ਮੇਰੇ ਘਰਦਿਆਂ ਵੱਲੋਂ ਇਹ ਬਹੁਤ ਸਖਤ ਹਦਾਇਤ ਸੀ ਕਿ ਕਾਕਾ ਜੇ ਦਾੜੀ ਕੱਟੇਗਾ ਤਾਂ ਜਿੱਧਰੋਂ ਤੇਰਾ ਮੂੰਹ ਹੋਇਆ ਉਧਰ ਚਲਾ ਜਾਈਂ, ਘਰੇ ਨਾ ਆਈ। ਮੇਰੇ ਪਿਤਾ ਜੀ ਦੀ ਇਨਸਟਰਕਸ਼ਨ ਸੀ ਵੀ ਹੁਣ ਤੂੰ ਕਾਲਜ ਚੱਲਿਆ, ਹੁਣ ਤੂੰ ਯੂਨੀਵਰਸਿਟੀ ਚੱਲਿਆ। ਹਰ ਵਾਰ ਉਹਨਾਂ ਨੇ ਮੈਨੂੰ ਕਿਹਾ। ਮੈਂ ਲਾਨ ਟੈਨਿਸ ਖੇਡਦਾ ਸੀ, ਗਰਾਊਂਡ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਮੈਨੂੰ ਇਹੀ ਹਦਾਇਤ ਕੀਤੀ ਸੀ। ਚਲੋ ਮੇਰੇ ਘਰ ਦੇ ਕਲਚਰ ਦੇ ਤੌਰ ਤੇ ਮੈਂ ਮੁੰਡਿਆਂ ਨੇ ਮੈਨੂੰ ਕਿਹਾ ਵੀ ਤੂੰ ਅੱਗੇ ਰਹੀਂ, ਅਸੀਂ ਪਿੱਛੇ ਰਹਾਂਗੇ। ਜੇ ਸੰਤ ਜੀ ਨੇ ਤੈਨੂੰ ਦੇਖ ਕੇ, ਅਸੀਂ ਤਾਂ ਸਿਰਫ ਦੇਖਣਾ ਉਹਨਾਂ ਨੂੰ। ਇਸ ਇੱਕ ਸੰਦਰਭ ਦੇ ਨਾਲ 1981 'ਚ ਜਦੋਂ ਮੈਂ MA ਪੜ੍ਹਦਾ ਸੀ, 26 ਅਗਸਤ ਨੂੰ ਅਸੀਂ ਸੰਤ ਜੀ ਨੂੰ ਦੇਖਣ ਲਈ ਮਹਿਤਾ ਚੌਂਕ ਗਏ ਜੀ। ਕਿਹੜੇ ਸੰਨ ਦੀ ਗੱਲ ਹੈ? ਇਹ 1981 ਦੀ ਗੱਲ ਹੈ ਜੀ। 81 ਦੀ ਹੈ। ਤਾਂ ਸਬੱਬੀ ਮਤਲਬ ਕਿ ਸੰਤ ਜੀ ਕਿਸੇ ਇੱਕ ਕਮਰੇ 'ਚ ਬੈਠੇ ਸੀ, ਕੋਈ ਮੀਟਿੰਗ ਕਰ ਰਹੇ ਸੀ ਜਾਂ ਕੋਈ ਸਿੱਖਿਆ ਦੇ ਰਹੇ ਸੀ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਅਸੀਂ ਮੁੰਡੇ ਬਾਹਰ ਖੜੇ ਸੀ। ਤਾਂ ਜਦੋਂ ਸੰਤ ਜੀ ਬਾਹਰ ਆਏ ਤਾਂ ਨੌਜਵਾਨ ਮੁੰਡਿਆਂ ਵੱਲ ਉਹ ਅਟਰੈਕਟ ਹੋ ਜਾਂਦੇ ਸੀ, ਭਾਵ ਕਹਿਣ ਤੋਂ ਉਹਨਾਂ ਨੂੰ ਜੀ ਕਰਦਾ ਸੀ ਕਿ ਇਹਨਾਂ ਨੂੰ ਆਪਣੀ ਗੱਲ ਨੂੰ ਸਮਝਾਈਏ। ਤੇ ਰੱਬ ਦੀ ਮਿਹਰ ਕਹਿ ਲਓ, ਮੈਂ ਤਾਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਕਿ ਇਸ ਮੋਢੇ ਤੇ, ਖੱਬੇ ਮੋਢੇ ਤੇ ਸੰਤ ਜੀ ਨੇ ਹੱਥ ਰੱਖ ਕੇ 26 ਅਗਸਤ 1981 ਨੂੰ ਕਿਹਾ ਸੀ, ਨੌਜਵਾਨੋ ਅਗਲਾ ਟਾਈਮ ਤੁਹਾਡਾ ਹੈ, ਪੂਰਾ ਪੜੋ ਤੇ ਦਲੀਲ ਨਾਲ ਆਪਣੀ ਕੌਮ ਦੀ ਗੱਲ ਕਰੋ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰ ਮੰਨ ਕੇ ਮੈਂ ਗੱਲ ਕਹਿਣਾ ਕਿ ਉਹ ਚੀਜ਼ ਤੇ ਅੱਜ ਜਿਹੜੀ ਇਸ ਗੱਲ ਨੂੰ ਲਗਭਗ 40 ਸਾਲ ਤੋਂ ਥੋੜਾ ਜਿਹਾ ਘੱਟ ਸਮਾਂ, ਅਗਸਤ 'ਚ 39 ਜਾਂ 40 ਸਾਲ ਹੋ ਜਾਣਗੇ ਜੇ ਆਪਾਂ ਹਿਸਾਬ ਲਾਈਏ, ਤਾਂ 81 ਤੋਂ ਲੈ ਕੇ ਹਜੇ ਤੱਕ ਮੈਂ ਉਸੇ ਸੋਚ ਦੇ ਨਾਲ ਟਾਈਮ ਤੇ ਜਿੰਨਾ ਮੈਨੂੰ ਮੈਚੋਰਟੀ ਮਿਲੀ ਹੈ ਮੈਂ ਹੁੰਦਾ ਆਇਆ। ਫੈਡਰੇਸ਼ਨ ਦਾ ਮੈਂਬਰ ਮੈਂ ਬਣ ਗਿਆ ਸੀ। 81 ਦੇ ਵਿੱਚ ਮੈਂ ਯੂਨੀਵਰਸਿਟੀ ਦਾ ਪ੍ਰਧਾਨ ਸੀ ਫੈਡਰੇਸ਼ਨ ਦਾ। ਤੇ ਜਿਉਂ ਅੱਗੇ ਮੋਰਚਾ ਚੱਲਦਾ ਰਿਹਾ, ਅਸੀਂ ਟਾਈਮ ਟੂ ਟਾਈਮ ਜਾ ਕੇ ਉੱਥੇ ਕੁਝ ਦਿਨ ਰਹਿੰਦੇ ਵੀ ਰਹੇ। ਤੇ ਮੇਰਾ ਅਖੀਰਲਾ ਕੈਂਪ ਜਿਹੜਾ ਫੈਡਰੇਸ਼ਨ ਦੇ ਤੌਰ ਸੰਤ ਜੀ ਦੀ ਹਾਜ਼ਰੀ ਸੀਗਾ, ਉਹ ਮੇਰਾ 25 ਦਸੰਬਰ 1983 ਤੋਂ ਲੈ ਕੇ 1 ਜਨਵਰੀ ਜਾਂ 2 ਜਨਵਰੀ 1984 ਤੱਕ ਦਾ ਜਿਹੜਾ 7-8 ਦਿਨ ਦਾ ਕੈਂਪ ਸੀਗਾ, ਅਸੀਂ ਅਕਸਰ ਗੁਰਮਤਿ ਕੈਂਪ ਲਾਉਂਦੇ ਸੀ ਸੰਤ ਜੀ ਦੀ ਹਾਜ਼ਰੀ 'ਚ ਉੱਥੇ ਜਾ, ਕਿਉਂਕਿ ਉਸ ਤੋਂ ਬਾਅਦ ਸੰਤ ਜੀ ਬਾਹਰ ਨਹੀਂ ਸੀ ਆ ਸਕਦੇ ਇੱਕ ਪਾਰਟੀਕੂਲਰ ਟਾਈਮ ਤੋਂ ਬਾਅਦ। ਤਾਂ ਸਾਰੇ ਜ਼ਿਲ੍ਹਿਆਂ ਨੂੰ ਉੱਥੇ ਬੁਲਾ ਲਿਆ ਜਾਂਦਾ ਸੀ। ਅੱਜ ਜਿਹੜਾ ਲੰਗਰ ਹਾਲ ਹੈ ਬਾਬਾ ਖੜਕ ਸਿੰਘ ਜੀ ਨੇ ਉਦੋਂ ਨਵਾਂ ਬਣਵਾਇਆ ਸੀ, ਉਹਦਾ ਜਿਹੜਾ ਉੱਪਰਲਾ ਹਾਲ ਹੈ ਉਹਦੇ ਵਿੱਚ ਟੈਂਟ ਲੱਗ ਜਾਂਦੇ ਸੀ। ਪਟਿਆਲਾ, ਲੁਧਿਆਣਾ, ਫਿਰੋਜ਼ਪੁਰ, ਇਹ ਉਹ ਬਾਹਰ ਲਿਖ ਦਿੱਤਾ ਜਾਂਦਾ ਸੀ। ਅਸੀਂ ਆਪਣੇ ਅੰਦਰ ਟੈਂਟਾਂ ਦੇ ਵਿੱਚ ਹੀ ਇੱਕ ਜ਼ਿਲ੍ਹੇ ਦੇ ਰੂਪ 'ਚ ਉੱਥੇ ਹੁੰਦਾ ਸੀ। ਤੇ ਸਵੇਰ ਤੋਂ ਸ਼ਾਮ ਤੱਕ ਇੱਕ ਪੂਰਾ ਰੂਟੀਨ ਚੱਲਦਾ ਸੀ ਜਿਹੜਾ ਸਾਨੂੰ ਸਮਝਾਇਆ ਜਾਂਦਾ ਸੀ। ਸੰਤ ਜੀ ਤੇ ਖਾਸ ਕਰ ਸਾਡੇ ਪ੍ਰਧਾਨ ਸਰਦਾਰ ਭਾਈ ਅਮਰੀਕ ਸਿੰਘ ਜੀ ਫੈਡਰੇਸ਼ਨ ਦੇ ਪ੍ਰਧਾਨ, ਤੇ ਸਰਦਾਰ ਹਰਵਿੰਦਰ ਸਿੰਘ ਸੰਧੂ ਜਿਹੜਾ ਮੇਰਾ ਲੀਡਰ ਸੀ, ਉਹਨਾਂ ਨੇ ਜੋ ਚਾਕਆਊਟ ਕੀਤਾ ਹੁੰਦਾ ਸੀ, ਅੱਜ ਇਸ ਯੂਨੀਵਰਸਿਟੀ ਦਾ ਪ੍ਰੋਫੈਸਰ ਆਊਗਾ, ਅੱਜ ਇਸ ਯੂਨੀਵਰਸਿਟੀ ਦਾ ਪ੍ਰੋਫੈਸਰ ਆਊਗਾ,
ਜਿੰਨੇ ਕੁ ਮੈਨੂੰ ਯਾਦ ਨੇ ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਉਦੋਂ ਹਜੇ ਲੈਕਚਰਰ ਵੀ ਨਹੀਂ, ਅਸਿਸਟੈਂਟ ਸਕਾਲਰ ਸੀਗੇ ਇਹ। ਉਹ ਆਪਣਾ ਦਵਿੰਦਰ ਸਿੰਘ ਕੋਈ ਪ੍ਰੋਫੈਸਰ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਕਾਲਜ, ਇਹ ਮੈਨੂੰ ਯਾਦ ਨੇ, ਜਾਂ ਸਿੱਖ ਮਿਸ਼ਨਰੀ ਕਾਲਜ ਤੋਂ। ਇਹ ਆ ਕੇ ਸਵੇਰ ਤੋਂ ਸ਼ਾਮ ਤੱਕ ਅੱਡ-ਅੱਡ ਪੜਾਅ ਦੇ ਵਿੱਚ ਸਾਡੀਆਂ ਕਲਾਸਿਸ ਲੈਂਦੀਆਂ ਸੀ, ਸਾਨੂੰ ਗੁਰਮਤ ਲਈ ਟ੍ਰੇਨਿੰਗ ਦਿੰਦੇ ਸੀ, ਭਾਵ ਗੁਰਮਤ ਕੀ ਕਹਿੰਦੀ ਹੈ। ਇਸ ਤਰ੍ਹਾਂ ਦਾ ਮੇਰਾ ਰਿਸ਼ਤਾ ਜੁੜਿਆ। ਅੱਛਾ, ਸਾਰੇ ਹੀ ਆ ਸਕਦੇ ਸੀ ਆਪਣੀ ਗੱਲ ਉੱਥੇ ਰੱਖਣ ਦੇ ਲਈ ਜਾਂ ਗੁਰਮਤ ਦੀ ਗੱਲ ਰੱਖਣ ਲਈ? ਹਾਂਜੀ ਹਾਂ, ਉਹ ਅਸੀਂ ਸਵਾਲ ਵੀ ਕਰ ਸਕਦੇ ਸੀ। ਇਹ ਮੈਨੂੰ ਯਾਦ ਹੈ ਕਿ ਆਹੀ ਜਿਹੜਾ ਮਹਿਤਾ ਚਾਵਲਾ, ਇਹ ਮੇਰੇ ਸੀਨੀਅਰ ਸੀ। ਬੇਸ਼ੱਕ ਅੱਜ ਉਹ ਬਹੁਤ ਦੂਰ ਬੈਠੇ ਨੇ, ਬਹੁਤ ਪਰਲੇ ਪਾਸੇ ਬੈਠੇ ਨੇ। ਇਹ ਸਾਨੂੰ ਪਰਲੇ ਪਾਸੇ ਮਤਲਬ? ਪਰਲੇ ਪਾਸੇ ਮੀਨਸ ਗਦਾਰਾਂ ਵਾਲੇ ਪਾਸੇ। ਜੇ ਛੋਟੀ ਗੱਲ ਸਮਝਾਣੀ ਹੋਵੇ ਸੰਗਤ ਨੂੰ ਤਾਂ ਉਸ ਵਕਤ ਇਹ ਸੰਤ ਜੀ ਦੇ ਨਾਲ ਸੀ, ਫੈਡਰੇਸ਼ਨ ਦੇ ਮੂਹਰਲੇ ਕਤਾਰ ਦੇ ਲੀਡਰ ਸੀ। ਮੈਨੂੰ ਉਹ ਦਿਨ ਯਾਦ ਹੈ ਕਿ ਜਿਹੜਾ ਅੱਜ ਗੁਰੂ ਅਰਜਨ ਨਿਵਾਸ ਹੈ, ਉਹ ਉਦੋਂ ਅਕਾਲ ਰੈਸਟ ਹੁੰਦਾ ਸੀ। ਅਕਾਲ ਰੈਸਟ ਹਾਊਸ, ਆ ਗ੍ਰੀਨ ਰੰਗ ਦਾ ਉਹਦਾ ਪੇਂਟ ਹੁੰਦਾ ਸੀ। ਉਹਦੀ ਉੱਪਰਲੀ ਜਿਹੜੀ ਛੱਤ ਸੀ ਉਹ ਬਾਹਰਲੇ ਪਾਸੋਂ ਦਿਸਦੀ ਸੀ, ਸਰਾਂ ਤੋਂ ਬਾਹਰਲੇ ਪਾਸੇ। ਜਦੋਂ ਸਵੇਰੇ ਸਾਨੂੰ 5:30 6 ਵਜੇ ਤੋਰਦੇ ਸੀ ਨੰਗੇ ਪੈਰੀ ਸਰਦੀਆਂ ਦੇ ਵਿੱਚ, ਵੀ ਤੁਸੀਂ ਪ੍ਰਭਾਤ ਫੇਰੀ ਦੇ ਤੌਰ ਤੇ ਸਾਰੇ ਕੋਈ ਪਾਰਟਿਕੂਲਰ ਏਰੀਆ ਸੀ ਸ਼ਹਿਰ ਦਾ ਚੱਕਰ ਲਾ ਕੇ ਆਓ ਸਤਨਾਮ ਵਾਹਿਗੁਰੂ ਕਰਕੇ, ਤੇ ਤੁਹਾਡਾ ਦਿਮਾਗ ਵੀ ਤਾਜ਼ਾ ਹੋਊਗਾ। ਸਾਨੂੰ ਉਹ ਰੋੜੀਆਂ ਅੱਜ ਵੀ ਚੁੱਭਦੀਆਂ ਮੈਨੂੰ ਮਹਿਸੂਸ ਹੁੰਦੀਆਂ ਨੇ। ਇਹ ਸਾਨੂੰ ਉੱਤੋਂ ਕਹਿੰਦੇ ਸੀ ਵੀ ਇੱਧਰ ਨੂੰ ਜਾਇਓ, ਜਿਹੜੇ ਲੋਕਲ ਮੁੰਡੇ ਹੁੰਦੇ ਸੀ ਅੰਮ੍ਰਿਤਸਰ ਦੇ, ਐ ਮੁੜ ਕੇ ਆ ਜਾਓ, ਸਾਨੂੰ ਡਾਇਰੈਕਸ਼ਨ ਉੱਥੋਂ ਤੋਂ ਲੈ ਕੇ। ਉਹ ਤੋਂ ਬਾਅਦ ਆ ਕੇ ਅਸੀਂ ਚਾਹ ਪੀਂਦੇ ਸੀ। ਚਾਹ ਪੀਣ ਤੋਂ ਬਾਅਦ ਜਿੱਥੇ ਇੱਕ ਤੋਪ ਪਈ ਹੁੰਦੀ ਸੀ ਉੱਥੇ ਖੜ ਕੇ, ਉੱਥੇ ਪਾਰਕ ਹੁੰਦੀ ਸੀ ਲੰਗਰ ਦੇ ਸਾਹਮਣੇ, ਉੱਥੇ ਭਾਈ ਅਮਰੀਕ ਸਿੰਘ ਜੀ ਇੱਕ ਸ਼ਬਦ ਸਾਨੂੰ ਪ੍ਰਿੰਟ ਕਰਕੇ ਦਿੱਤਾ ਜਾਂਦਾ ਸੀਗਾ। ਇੱਕ ਪਾਸੇ ਉਹਦੇ ਦੇਸ਼ ਪਰ ਮੋਹੇ ਹੈ, ਦੂਜੇ ਪਾਸੇ ਖੜ ਖੜ ਹੰਡਨ ਦਲ ਭੰਡਨ, ਮੈਨੂੰ ਪੂਰਾ ਸ਼ਬਦਾਵਲੀ ਨਹੀਂ ਆਉਂਦੀ। ਉਹ ਭਾਈ ਅਮਰੀਕ ਸਿੰਘ ਜੀ ਤਾਂ ਪੜ੍ਹਦੇ ਸੀ ਜ਼ਬਾਨੀ, ਤੇ ਅਸੀਂ ਉਸ ਕਾਗਜ਼ ਤੋਂ ਦੇਖ ਕੇ ਸਾਨੂੰ ਕਾਰਡ ਦਿੱਤਾ ਹੁੰਦਾ ਸੀ, ਉਹਦੇ ਦੋਹਾਂ ਪਾਸੇ ਛਪਿਆ ਹੁੰਦਾ ਸੀ ਸ਼ਬਦ, ਅਸੀਂ ਉਸ ਤੋਂ ਪੜ੍ਹਦੇ ਸੀ। ਉਸ ਤੋਂ ਬਾਅਦ ਸਾਨੂੰ ਬ੍ਰੇਕਫਾਸਟ ਕਰਵਾ ਕੇ ਉੱਥੇ ਲੰਗਰ 'ਚ ਹੀ, ਤੇ ਮਤਲਬ ਕੈਂਟ ਤੋਂ ਸਾਰਾ ਦਿਨ ਉਹ ਲਵਾਉਂਦੇ ਸੀ। ਉਹਨਾਂ ਟ੍ਰੇਨਿੰਗ ਕੈਂਪਾਂ ਨੂੰ ਮੈਂ 84 ਦੇ ਜਨਵਰੀ ਤੱਕ ਵੀ ਇੰਝ ਕਹਿ ਲਈਏ ਵੀ ਸੰਘਰਸ਼ ਦੇ ਨਾਲ ਕੁਝ ਨਾਤਾ ਰਿਹਾ। ਉਸ ਸੰਘਰਸ਼ ਦੀ ਜੋ ਰੂਪ ਰੇਖਾ ਸੀ ਤੁਹਾਡੇ ਜ਼ਿਹਨ ਦੇ ਵਿੱਚ ਹੈ, ਉਹੀ ਲੈ ਕੇ ਤੁਸੀਂ ਅੱਗੇ ਚੱਲਦੇ ਪਏ। ਬਿਲਕੁਲ, ਜੋ ਅੱਖਾਂ ਨੇ ਦੇਖਿਆ, ਜੋ ਜ਼ਿਹਨ ਨੇ ਮਹਿਸੂਸ ਕੀਤਾ, ਤੇ ਕੁਦਰਤੀ ਸਮਾਂ ਤਾਂ ਬਦਲਦਾ ਰਿਹਾ, ਪਰ ਉਹ ਇੱਕ ਜੜ੍ਹਾਂ ਜਿਹੜੀਆਂ ਪੱਕੀਆਂ ਹੋ ਗਈਆਂ ਸੀ, ਜਾਂ ਸੰਤ ਜੀ ਦਾ ਜਿਹੜਾ ਹੁਕਮ ਸੀ, ਜਾਂ ਜਿਹੜਾ ਉਹਨਾਂ ਨੇ ਐਡਵਾਈਸ ਕੀਤਾ ਸੀ, ਸਾਨੂੰ ਇੱਕ ਸਿੱਖਿਆ ਦਿੱਤੀ ਸੀ, ਉਹ ਹਜੇ ਤੱਕ ਬਰਕਰਾਰ ਜਾਰੀ ਹੈ ਜੀ। ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਉੱਪਰ ਕਰਦਾ ਕਿ ਜੇ ਆਪਾਂ 84 ਦੀ ਗੱਲ ਕਰੀਏ, ਇਹ ਪ੍ਰੀ ਪਲਾਨਡ ਹੋਇਆ ਸਾਰਾ ਕੁਝ ਹੈ ਜਾਂ ਸਰਕਾਰ ਵੱਲੋਂ ਅਚਨਚੇਤ ਹੋਈ ਕਾਰਵਾਈ ਹੈ? ਅੱਜ ਤੱਕ ਅੱਜ 36ਵਾਂ ਸਾਲ ਆਪਾਂ ਇਹਦੀ ਯਾਦ ਕਰ ਰਹੇ ਹਾਂ। ਅੱਜ ਤੱਕ ਜਿੰਨੇ ਵੀ ਵਿਸ਼ਲੇਸ਼ਣ ਇਹਦੇ ਤੇ ਕੀਤੇ ਗਏ ਨੇ, ਉਹ ਸਾਰੇ ਹੀ ਕੇਵਲ 6 ਜਾਂ 7 ਦਿਨਾਂ ਨੂੰ ਲੈ ਕੇ ਕੀਤੇ ਗਏ। ਵੀ ਐ ਸੰਤ ਜੀ ਸੀ, ਐ ਸਰਕਾਰ ਸੀ, ਤੇ ਉਹ ਉੱਥੇ ਇੰਨੀਆਂ ਗੋਲੀਆਂ ਚੱਲੀਆਂ, ਇੰਨੇ ਨੂੰ ਟੈਂਕਰ ਦਰਾਇਆ, ਉਹ ਸਾਡੇ ਸਾਰੇ ਸੁਣਾ ਰਹੇ ਆ। ਉਹ ਇੱਕ ਬਹੁਤ ਮੈਂ ਕਹਿੰਦਾ ਜੀ, ਜੂਨ 1984 ਬਹੁਤ ਵੱਡਾ ਵਿਸ਼ਲੇਸ਼ਣ ਮੰਗਦੀ ਹੈ। ਬਿਲਕੁਲ, ਇਹ ਤੇ ਬਹੁਤ ਚਿੰਤਨ ਦਾ ਵਿਸ਼ਾ, ਮੰਥਨ ਕਰਨਾ ਪੈਣਾ, ਤਾਂ ਕਿ ਅਸੀਂ ਆਪਣੇ ਉਸ ਵਰਤਮਾਨ ਦੇ ਵਿੱਚੋਂ ਆਪਣੇ ਭਵਿੱਖ ਦੀ ਰੂਪਰੇਖਾ ਤਿਆਰ ਕਰ ਸਕੀਏ। ਬਿਲਕੁਲ, ਉਹਦਾ ਭੂਤਕਾਲ ਕੀ ਸੀ, ਉਹ ਕਿਉਂ ਤਿਆਰ ਹੋਇਆ, ਇਹ ਵੀ ਕਰਨਾ ਜ਼ਰੂਰੀ ਹੈ। ਕਿਉਂਕਿ ਜਿਹੜਾ ਉਹ 7 ਦਿਨ ਦਾ ਜਾਂ 6 ਦਿਨ ਦਾ ਜਿਹੜਾ ਯੁੱਧ ਚੱਲਿਆ, ਉਹ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਹੈ, ਪਰ ਉਹ ਸਾਰਾ ਕੁਝ ਹੀ ਨਹੀਂ ਹੈਗਾ। ਉਹਦੇ ਅੱਗੜ ਪਿੱਛੜ ਬਹੁਤ ਕੁਝ ਐਸਾ ਵਾਪਰਿਆ, ਜਿਹੜੇ ਕਰਕੇ ਸਰਕਾਰ ਨੇ ਉਹ ਇੱਕ ਮਨਸੂਬੇ ਦੇ ਤਹਿਤ ਕੀਤਾ। ਉਹ ਮੈਂ ਸਿਰਫ 2 ਉਦਾਹਰਨਾਂ ਦੇ ਕੇ ਦੱਸਣਾ ਚਾਹੁੰਦਾ ਵੀ ਇਹਦੇ ਪਿੱਛੇ ਮਾਨਸਿਕਤਾ ਕੀ ਕੰਮ ਕਰਦੀ ਸੀ ਜੀ। ਮਾਨਸਿਕਤਾ ਇਹ ਕੰਮ ਕਰਦੀ ਸੀ ਵੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰਤਾ, ਤਾਂ ਇੱਕ ਸੋਚ ਜਿਹਨੂੰ ਅਸੀਂ ਵਿਪਰਵਾਦੀ ਸੋਚ ਕਹਿੰਦੇ ਆ, ਉਹਨੇ ਖੁਣਸ ਖਾਧੀ ਕਿ ਜੇਕਰ ਆਹ ਸੋਚ ਜਿਹੜੀ ਅੱਜ ਜਨੇਊ ਉਤਾਰ ਰਹੀ ਹੈ, ਤੇ ਅੱਗੇ ਜਾ ਕੇ ਸਾਡੇ ਸਾਰੇ ਕਰਮਕਾਂਡ ਰੱਦ ਕਰਕੇ ਇੱਕ ਨਵੀਂ ਸੋਚ ਲੋਕਾਂ ਨੂੰ ਦੇ ਰਹੀ ਹੈ, ਜੇ ਇਸ ਪਾਸੇ ਵੱਲ ਨੂੰ ਇਸ ਖਿੱਤੇ ਦੇ ਲੋਕ ਅਟਰੈਕਟ ਹੋ ਗਏ, ਤਾਂ ਵਿਪਰਵਾਦ ਜਿਹੜਾ ਹੈ, ਬਾਹਮਣਵਾਦ ਜਿਹੜਾ ਹੈ, ਜਿਹੜਾ ਅੱਜ RSS ਦੇ ਰੂਪ 'ਚ ਦਿਸਦਾ ਹੈ, ਮੈਂ 550 ਸਾਲ ਪਹਿਲਾਂ ਦੀ ਗੱਲ ਕਰਦਾ, ਉਸ ਦਿਨ ਤੋਂ ਇਹ ਮਨਸੂਬੇ ਬਣ ਰਹੇ ਸੀ ਕਿ ਇਸ ਸੋਚ ਨੂੰ ਅਸੀਂ ਸਦਾ ਲਈ ਖਤਮ ਕਰਨਾ ਸਾਡੇ ਲਈ ਜ਼ਰੂਰੀ ਹੈ। ਜਿਵੇਂ ਕਿ ਉਹਨਾਂ ਨੇ ਬੁੱਧ ਮਤ ਤੇ ਜੈਨ ਮਤ ਨੂੰ ਖਤਮ ਕੀਤਾ ਹੈ, ਉਸੇ ਤਰ੍ਹਾਂ ਹੀ ਉਹ ਸਿੱਖ ਮਤ ਨੂੰ ਵੀ ਖਤਮ ਕਰਨਾ ਚਾਹੁੰਦੇ ਸੀ। ਉਹ ਸੋਚ ਜਿਹੜੀ ਸੀ ਉਹ ਇੱਥੇ ਆ ਕੇ ਪਨਪੀ ਹੈ, ਕਿਉਂਕਿ ਉਸ ਵਕਤ ਉਹਨਾਂ ਦਾ ਰਾਜ ਨਹੀਂ ਸੀ। ਇਸ ਕਰਕੇ ਉਹ ਇਨਡਾਇਰੈਕਟਲੀ ਆਪਣੇ ਮਨਸੂਬੇ ਪੂਰੇ ਕਰਦੇ ਰਹੇ। ਕਦੇ ਲਖਪਤ ਰਾਹੇ ਜਸਪਤ ਰਾਹੇ ਰਹੀ, ਕਦੇ ਗੰਗੂ ਤੇ ਚੰਦੂ ਰਾਹੀਂ, ਤੇ ਕਦੇ ਮੁਸਲਮਾਨਾਂ ਨੂੰ ਅੱਗੇ ਲਾ ਕੇ ਹਿੰਦੂ ਜਿਹੜੇ ਰਾਜੇ ਸੀਗੇ
ਪਹਾੜੀ ਰਾਜ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਰਾਹੀਂ ਉਹ ਆਪਣਾ ਜਿਹੜਾ ਸੁਪਨਾ ਹੈ ਸਾਨੂੰ ਖਤਮ ਕਰਨ ਦਾ, ਸਿੱਖ ਸੋਚ ਨੂੰ ਖਤਮ ਕਰਨ ਦਾ, ਸਿੱਖੀ ਨੂੰ ਖਤਮ ਕਰਨ ਦਾ, ਉਹ ਕਰਦੇ ਰਹੇ ਨੇ। ਪਰ 1947 ਚ ਕਿਉਂਕਿ ਉਹਨਾਂ ਦਾ ਉਸ ਸੋਚ ਦਾ ਰਾਜ ਆ ਗਿਆ, ਪਹਿਲਾਂ ਉਹਨੂੰ ਛੁਪਾ ਕੇ ਰੱਖਿਆ ਜੀ, ਉਹਨੂੰ ਸੈਕੂਲਰ ਦਾ ਇੱਕ ਬੁਰਕਾ ਪਵਾ ਕੇ ਰੱਖਿਆ। ਪਰ ਅੱਜ ਉਹ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ 1947 ਤੋਂ ਬਾਅਦ, ਤਾਂ ਉਹ ਨੰਗਾ ਹੋ ਰਿਹਾ ਹੈ। ਮੈਂ ਤੁਹਾਨੂੰ ਦੋ ਘਟਨਾਵਾਂ 84 ਤੇ 47 ਦੇ ਵਿੱਚ, 84 ਵਿੱਚ ਤਾਂ ਇਹਨਾਂ ਨੂੰ ਦਿਸਦਾ ਕਿ ਸੰਤ ਜਰਨੈਲ ਸਿੰਘ ਹੈ, ਉਹਨੂੰ ਬਦਨਾਮ ਕਰ ਦਈਏ ਤਾਂ ਅਸੀਂ ਲੋਕਾਂ ਨੂੰ ਕਹਿ ਦਾਂਗੇ ਕਿ ਅਸੀਂ ਤਾਂ ਗਏ ਸੀ। ਪਰ ਮੈਨੂੰ ਕੀ ਇਹ ਵਿਪਰਵਾਦੀ ਸੋਚ ਜਵਾਬ ਦੇ ਸਕਦੀ ਹੈ, ਜਾਂ ਸਿੱਖਾਂ ਨੂੰ ਦੇ ਸਕਦੀ ਹੈ? ਮੈਨੂੰ ਵੀ ਕਿਉਂ ਦੋ, ਸਿੱਖਾਂ ਨੂੰ ਇਹ ਜਵਾਬ ਦੇ ਸਕਦੀ ਹੈ ਕਿ 1947 ਦੇ ਵਿੱਚ ਕਿਹੜਾ ਸੰਤ ਜਰਨੈਲ ਸਿੰਘ ਬੈਠਾ ਸੀ ਕਿ ਇਸ ਸੋਚ ਨੂੰ ਕਹਿਣਾ ਪਿਆ ਵੀ ਇਹ ਜਰਾਇਮ ਪੇਸ਼ਾ ਕੌਮ ਹੈ। ਜੇ ਉਹ ਸੋਚ, ਅਸੀਂ ਤਾਂ ਆਪਣੀਆਂ ਪ੍ਰਾਪਰਟੀਆਂ ਛੱਡ ਕੇ ਆ ਰਹੇ ਸੀ, ਅਸੀਂ ਤਾਂ ਆਪਣੀਆਂ ਧੀਆਂ ਭੈਣਾਂ ਨੂੰ ਮਸਾਂ ਜਾਂ ਤਾਂ ਖਤਮ ਕਰਕੇ ਤੇ ਜਾਂ ਬਚਾ ਕੇ ਲਿਆ ਰਹੇ ਸੀ, ਜਾਂ ਕਈਆਂ ਦੀ ਬੇਪਤੀ ਵੀ ਹੋਈ ਹੈ। ਸਾਰਾ ਕੁਝ ਛੱਡ ਕੇ ਜਿਹੜੀ ਕੌਮ ਆ ਰਹੀ ਹੈ, ਮਸਾਂ ਹਜੇ ਉਹ ਟਿਕੀ ਵੀ ਨਹੀਂ ਹੈ, ਇੱਥੇ ਆ ਕੇ ਕੈਂਪਾਂ ਵਿੱਚ ਰਹਿ ਰਹੀ ਹੈ, ਜ਼ਮੀਨਾਂ ਅਲਾਟ ਨਹੀਂ ਹੋਈਆਂ, ਕੋਈ ਕੰਮਕਾਰ ਨਹੀਂ ਚੱਲਿਆ ਤੇ ਤੁਸੀਂ ਉਹਦੇ ਤੇ ਠੱਪਾ ਲਾਤਾ ਵੀ ਇਹ ਤਾਂ ਜਰਾਇਮ ਪੇਸ਼ਾ ਕੌਮ ਹੈ। ਹਰ ਇੱਕ ਡਿਪਟੀ ਕਮਿਸ਼ਨਰ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖਾਂ ਤੋਂ ਬਾਕੀ ਸ਼ਹਿਰੀਆਂ ਨੂੰ ਬਚਾ ਕੇ ਰੱਖੇ। ਜੇ ਗੁਪਤ ਸਰਕੂਲਰ 47 ਚ ਹੋ ਸਕਦੇ ਨੇ ਤਾਂ 84 ਦਾ ਤਾਂ ਦਿਸਦਾ ਹੀ ਹੈ। ਹੁਣ ਮੈਂ ਆਉਣਾ 84 ਤੇ, ਜਦੋਂ ਇਹਨਾਂ ਨੇ ਦੇਖਿਆ ਕਿ ਆਹ ਜਿਹੜੀ ਕੌਮ ਹੈ ਇਹ ਸਿੱਧੇ ਰੂਪ ਵਿੱਚ ਮੀਰ ਮੰਨੂ, ਮੁਗਲ, ਵਜ਼ੀਰ ਖਾਂ, ਸੂਬੇਦਾਰ ਲਾਹੌਰ, ਇਹ ਸਾਰੀਆਂ ਅਬਦਾਲੀ ਇਹ ਨਹੀਂ ਖਤਮ ਕਰ ਸਕੇ, ਤਾਂ ਅਸੀਂ ਕਿਵੇਂ ਖਤਮ ਕਰ ਲਾਂਗੇ? ਤਾਂ ਫਿਰ ਇਸ ਸੋਚ ਨੇ ਇੱਕ ਮਨਸੂਬਾ ਘੜਿਆ। ਇਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਜੋੜਨਾ ਚਾਹਨਾ, ਕਿਉਂਕਿ ਅਸੀਂ 1947 ਤੋਂ ਸ਼ੁਰੂ ਕਰ ਲੈਂਦੇ ਹਾਂ, ਪਰ ਇਹ 1947 ਤੋਂ ਪੁਰਾਣੀ ਗੱਲ ਹੈ। 1849 ਦੇ ਵਿੱਚ ਸਿੱਖ ਰਾਜ ਪੱਕੇ ਤੌਰ ਤੇ ਖਤਮ ਹੋ ਜਾਂਦਾ ਹੈ, ਪਰ 20 ਸਾਲ ਬਾਅਦ 1870-75 ਦੇ ਵਿੱਚ ਆਰੀਆ ਸਮਾਜ ਦਾ ਉਸ ਵਕਤ ਦਾ ਹੈੱਡ ਦਇਆਨੰਦ ਸਰਸਵਤੀ ਗੁਜਰਾਤ ਤੋਂ ਉੱਠ ਕੇ ਲਾਹੌਰ ਆਉਂਦਾ ਹੈ। ਉਹ ਕਿਤੇ ਹੋਰ ਨਹੀਂ ਜਾਂਦਾ, ਹਾਲਾਂਕਿ ਫਿਜ਼ੀਕਲੀ ਗੁਜਰਾਤ ਦਾ ਤੇ ਲਾਹੌਰ ਦਾ ਬਹੁਤ ਦੂਰੀ ਹੈ ਜੀ, ਕਿਉਂਕਿ ਲਾਹੌਰ ਇੱਕ ਰਾਜ ਦੀ ਰਾਜਧਾਨੀ ਰਹਿ ਚੁੱਕਾ ਹੈ ਨਵੀਂ ਤੇ ਉਹਦੇ ਚ ਸਿੱਖ ਥਾਟ ਜਿਹੜਾ ਉਹ ਬਹੁਤ ਪ੍ਰਫੁੱਲਤ ਹੈ ਤੇ ਉਤਸ਼ਾਹ ਚ ਹੈ। ਉਹ ਆ ਕੇ ਤੁਹਾਨੂੰ ਇੱਕੋ ਹੀ ਗੱਲ ਕਹਿੰਦਾ ਹੈ ਕਿ ਸਿੱਖ ਜਿਹੜਾ ਹੈ ਉਹ ਹਿੰਦੂਆਂ ਦਾ ਇੱਕ ਹਿੱਸਾ ਹੈ। ਜਦੋਂ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਸ਼ਬਦ ਜਿਤੀ ਸਿੱਧ ਮੰਡਲੀ ਕੀਤੁਸ ਆਪਣਾ ਪੰਥ ਨਿਰਾਲਾ, ਨਾ ਹਮ ਹਿੰਦੂ ਨਾ ਮੁਸਲਮਾਨ, ਗੁਰੂ ਨਾਨਕ ਸਾਹਿਬ ਕਹਿੰਦੇ ਨੇ। ਪਰ ਫਿਰ ਵੀ ਦਇਆਨੰਦ ਸਰਸਵਤੀ ਇੱਕ ਸਕੀਮ ਦੇ ਤਹਿਤ ਜੇਕਰ ਗਿਆਨੀ ਦਿੱਤ ਸਿੰਘ ਉਹਦੇ ਗੱਲਾਂ ਦਾ ਜਵਾਬ ਨਾ ਦਿੰਦੇ ਤਾਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਕੁਝ ਲੋਕ ਆਰੀਆ ਸਮਾਜ ਦੇ ਇੰਨੇ ਕੁ ਪੈਰੋਕਾਰ ਸਿੱਖ ਲੋਕ ਬਣ ਗਏ ਸੀ ਕਿ ਜੋ ਗੱਲਾਂ ਅਸੀਂ ਅੱਜ ਕਰਦੇ ਹਾਂ, ਮੈਨੂੰ ਲੱਗਦਾ ਉਹ ਗਿਆਨੀ ਦਿੱਤ ਸਿੰਘ ਜੀ ਦੀ ਦੇਣ ਹੈ। ਪਰ ਮੈਂ ਇਹ ਗੱਲ ਕਿਉਂ ਕਹੀ ਹੈ ਇੱਥੇ? ਉਹ ਤਾਂ ਕਹੀ ਹੈ ਕਿ ਜਦੋਂ ਦਇਆਨੰਦ ਸਰਸਵਤੀ ਆਪਣਾ ਨਾਅਰਾ ਮਾਰਦਾ ਆ ਕੇ 1870 ਦੇ ਵਿੱਚ, ਉਹ ਕਹਿੰਦਾ ਕਿ ਸਿੱਖ ਜਿਹੜੇ ਨੇ ਇਹ ਹਿੰਦੂਆਂ ਦਾ ਹਿੱਸਾ ਨੇ, ਉਦੋਂ ਦਾ ਰਾਜ ਨਹੀਂ ਹੈ, ਉਦੋਂ ਬ੍ਰਿਟਿਸ਼ਰਸ ਦਾ ਰਾਜ ਹੈ। ਫਿਰ ਵੀ ਉਹ ਆਪਣੀ ਮਨੋਭਾਵਨਾ ਸਾਨੂੰ ਦੱਸਦਾ ਹੈ, ਪਰ ਉਹ ਸੋਚਦਾ ਜਦੋਂ ਰਾਜ ਆਉਂਦਾ ਹੈ, ਜਿਹੜਾ ਸੰਵਿਧਾਨ ਲਿਖਿਆ ਜਾਂਦਾ ਹੈ, ਉਹ ਉਹੀ ਕੁਝ ਕਹਿੰਦਾ ਜੋ ਸਰਸਵਤੀ 1870 ਚ ਕਹਿੰਦਾ ਹੈ। ਸੰਵਿਧਾਨ ਕਹਿੰਦਾ ਹੈ ਕਿ ਧਾਰਾ 25 ਤਹਿਤ ਜਿਹੜੇ ਸਿੱਖ ਨੇ ਇਹ ਹਿੰਦੂਆਂ ਦਾ ਹਿੱਸਾ ਨੇ। ਭਾਵ ਕਹਿਣ ਤੋਂ ਵੀ 150 ਸਾਲ ਪਹਿਲਾਂ, ਜਾਂ ਐ ਕਹਿ ਲੋ 150 ਨਹੀਂ 80-90 ਸਾਲ ਪਹਿਲਾਂ ਦਇਆਨੰਦ ਸਰਸਵਤੀ ਵੀ ਕਹਿੰਦਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਹੈ, ਤੇ ਭਾਰਤ ਦਾ ਸੰਵਿਧਾਨ ਵੀ ਕਹਿੰਦਾ ਸਿੱਖ ਹਿੰਦੂਆਂ ਦਾ ਹਿੱਸਾ ਹੈ। ਸੋ ਉਹ ਜਿਹੜੀ ਸੋਚ ਹੈ ਉਹਨੇ ਅਟੈਕ ਕਰਵਾਇਆ 1984 ਦਾ। ਜੀ, ਹੁਣ ਗੱਲ ਇਹ ਹੈ ਕਿ ਮੈਂ ਜਿਹੜੀ ਗੱਲ ਕਰ ਰਿਹਾ ਸੀ, ਜਿਵੇਂ ਆਪਾਂ ਗੱਲਬਾਤ ਕਰਦੇ ਸਾਂ ਵੀ ਪ੍ਰੀ ਪਲਾਨਡ ਆ ਕਿ ਅਚਾਨਕ ਹੋਈ ਕਾਰਵਾਈ ਹੈ, ਕਿਉਂਕਿ ਇਹ ਮਨ ਦੇ ਵਿੱਚ ਖਿਆਲ ਤਾਂ ਆ ਰਿਹਾ ਹੈ ਵੀ ਇੱਕ ਪਾਸੇ ਤੇ ਸਰਕਾਰ ਦੀ ਅਕਾਲੀਆਂ ਨਾਲ ਗੱਲਬਾਤ ਚੱਲ ਰਹੀ ਹੈ ਔਰ ਲੰਬੇ ਸਮੇਂ ਤੋਂ ਚੱਲ ਰਹੀ ਹੈ, ਕਰੀਬ ਕੁਝ ਸੱਜਣਾਂ ਨੇ ਇੱਥੋਂ ਤੱਕ ਲਿਖ ਦਿੱਤਾ ਵੀ 18 ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਹੈ। ਜੇ ਇਧਰ ਗੱਲਬਾਤ ਚੱਲ ਰਹੀ ਸੀ ਤੇ ਚਕਰਾਤਾ ਦੀਆਂ ਪਹਾੜੀਆਂ ਦੇ ਵਿੱਚ ਜਾ ਕੇ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ ਤੇ ਪੂਰੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ, ਇਹਨੂੰ ਆਪਾਂ ਕੀ ਮਹਿਸੂਸ ਕੀ ਕਰ ਸਕਦੇ ਹਾਂ? ਦੇਖੋ, ਕਈ ਵਾਰ ਹੁੰਦਾ ਜਦੋਂ ਡਾਇਸੈਕਸ਼ਨ ਕਰਦੇ ਆ ਨਾ, ਜਦੋਂ ਚੀਰ ਫਾੜ ਕਰਦੇ ਆ, ਤਾਂ ਜਦ ਤੱਕ ਡਾਕਟਰ ਉਹਦੇ
ਅਸਲ ਮੁੱਦੇ ਤੇ ਨਾ ਪਹੁੰਚ ਸਕੇ ਜੀ। ਤਾਂ ਉਹ ਚੀਰ ਫਾੜ ਤਾਂ ਕਰ ਲੂਗਾ, ਹੂੰ ਪਰ ਉਹ ਉਸ ਮਰਜ਼ ਨੂੰ ਖਤਮ ਨਹੀਂ ਕਰ ਸਕੂਗਾ। ਆਪਾਂ ਚਾਹੁੰਦੇ ਹਾਂ ਕਿ ਅੱਜ ਅਸੀਂ ਉਸ ਮਰਜ਼ ਵੱਲ ਨੂੰ ਜਾਈਏ। 1975 ਦੇ ਵਿੱਚ ਐਮਰਜੈਂਸੀ ਲੱਗਦੀ ਹੈ। ਹੂੰ ਅਕਾਲੀਆਂ ਨੇ ਗੈਰ ਕਾਂਗਰਸੀ ਲੋਕਾਂ ਨਾਲ ਮਿਲ ਕੇ ਬੜਾ ਵੱਡਾ ਮੋਰਚਾ ਚਲਾਇਆ ਹੂੰ ਤੇ 19 ਮਹੀਨੇ ਲਗਾਤਾਰ ਅਕਾਲੀ ਸਰਗਰਮ ਰਹੇ। ਉਹਨਾਂ ਦੀ ਯਾਰੀ ਗੈਰ ਕਾਂਗਰਸੀ ਲੋਕਾਂ ਨਾਲ ਪੈ ਗਈ, ਜਿਹਦੇ ਵਿੱਚ ਜੈ ਪ੍ਰਕਾਸ਼ ਨਾਰਾਇਣ ਤਾਂ ਵਾਕਈ ਚੰਗਾ ਬੰਦਾ ਸੀ, ਹੂੰ। ਪਰ ਉਹਦੇ ਜਿਹੜੇ ਰਾਜਸੀ ਮਨਸੂਬੇ ਵਾਲੇ ਲੋਕ ਸੀ, ਮੁਰਾਰਜੀ ਦੇਸਾਈ ਵਰਗੇ, ਹੂੰ ਉਹਨਾਂ ਨਾਲ ਇਹਦੀ ਯਾਰੀ ਪੈ ਗਈ। ਜੀ। ਕੁਝ ਮਹੀਨੇ ਇਹ 1977 ਦੇ ਵਿੱਚ ਉਸ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਵੀ ਰਿਹਾ ਕੁਝ ਮਹੀਨੇ, ਪ੍ਰਕਾਸ਼ ਸਿੰਘ ਬਾਦਲ, ਤੇ ਫਿਰ ਆ ਕੇ ਪੰਜਾਬ ਦਾ ਚੀਫ ਮਿਨਿਸਟਰ ਬਣ ਗਿਆ। ਹੂੰ ਉਸ ਵਕਤ ਇਹਨਾਂ ਦਾ ਸਮਝੌਤਾ ਹੋਇਆ ਕਿ ਸਿੱਖਾਂ ਨੂੰ, ਅਸੀਂ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਾਂ, ਹੂੰ ਵੀ ਅਸੀਂ ਤਾਂ ਕੋਈ ਬੰਦਾ ਚੁਣਨਾ ਹੀ ਚੁਣਨਾ ਹੈ, ਹੂੰ ਕਿ ਤੂੰ ਇਹਦੇ ਲਈ ਸਹਿਮਤ ਹੈ? ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਗਿਆ, ਕਿਉਂਕਿ ਅਗਲੀਆਂ ਘਟਨਾਵਾਂ ਸਾਰੀਆਂ ਇਸ ਗੱਲ ਤੇ ਮਨਸਰ ਨੇ ਅੱਜ ਤੱਕ। ਜੀ। ਇਹਨੇ ਕਿਹਾ ਮੈਂ ਸਹਿਮਤ ਹਾਂ ਤੇ ਮੈਨੂੰ ਰਾਜ ਭਾਗ ਚਾਹੀਦਾ ਹੈ। ਹੂੰ। ਉਹ ਕਹਿੰਦੇ ਰਾਜ ਭਾਗ ਤੈਨੂੰ ਮਿਲੂਗਾ, ਹੂੰ ਪਰ ਤੈਨੂੰ ਸਿੱਖੀ ਨੂੰ ਖਤਮ ਕਰਨ ਦੇ ਮਸੂਬੇ ਜਿਹੜੇ ਅਸੀਂ ਭੇਜਾਂਗੇ ਹੂੰ ਉਹ ਲਾਗੂ ਕਰਨੇ ਪੈਣੇ ਨੇ, ਪਾਵਰ ਅਸੀਂ ਤੈਨੂੰ ਦੇਵਾਂਗੇ। ਇਹਦਾ ਕੀ ਸਬੂਤ ਆ? ਇਹਦਾ ਸਬੂਤ ਉਹਦੀਆਂ ਅਗਲੀਆਂ 40 ਸਾਲ ਦੀਆਂ ਕਾਰਵਾਈਆਂ ਨੇ। ਹੂੰ ਪਹਿਲਾ ਸਬੂਤ ਇਹ ਹੈ ਕਿ ਉਹਨਾਂ ਨੇ ਇਹਨੂੰ ਟੈਸਟ ਕੀਤਾ। ਹੂੰ ਉਹਨਾਂ ਨੇ ਟੈਸਟ ਕੀਤਾ ਕਿ ਅਸੀਂ ਤੈਨੂੰ ਇੱਕ ਕੰਮ ਦਿੰਨੇ ਆ, ਹੂੰ ਜੇ ਤੂੰ ਉਸ ਕੰਮ ਤੇ ਖਰਾ ਉਤਰ ਗਿਆ, ਉਸ ਤੋਂ ਪਹਿਲਾਂ ਤੈਨੂੰ ਚੀਫ ਮਿਨਿਸਟਰ ਬਣਾ ਦਿੰਨੇ ਆ। ਹੂੰ ਚੀਫ ਮਿਨਿਸਟਰ ਦੇ ਤੌਰ ਤੇ ਉਹ ਕੰਮ ਕਰਦੇ ਤਾਂ ਅਸੀਂ ਮੰਨ ਲਾਂਗੇ ਕਿ ਤੂੰ ਸਾਡਾ ਵਫਾਦਾਰ ਹੈ। ਜੀ। ਉਹਨਾਂ ਨੇ ਬਹੁਤ ਹੀ ਅਹਿਮ ਕੰਮ ਦਿੱਤਾ ਇਹਨੂੰ ਕਿ ਨਿਰੰਕਾਰੀ ਮੂਵਮੈਂਟ ਜਿਹੜੀ ਚੱਲ ਰਹੀ ਸੀ ਹੂੰ ਸਿੱਖਾਂ ਦੇ ਉਲਟ, ਹੂੰ ਉਹਨਾਂ ਨੇ ਉਹਦੀ ਨਬਜ਼ ਫੜੀ ਕਿ ਸੰਤ ਕਰਤਾਰ ਸਿੰਘ ਜੀ ਨੇ ਅਵਤਾਰ ਬਾਣੀ ਦੇ ਉਲਟ ਇੱਕ ਪ੍ਰਦਰਸ਼ਨ ਕੀਤਾ ਹੈ। ਹੂੰ ਸੰਤ ਕਰਤਾਰ ਸਿੰਘ ਜੀ ਦਾ ਕੁਦਰਤੀ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਤਾਂ ਸੰਤ ਜਰਨੈਲ ਸਿੰਘ ਉਸ ਥਾਂ ਤੇ ਬਣੇ। ਹੂੰ ਹੁਣ ਸੰਤ ਕਰਤਾਰ ਸਿੰਘ ਤੇ ਜਰਨੈਲ ਸਿੰਘ ਦਾ ਏਜੰਸੀਆਂ ਨੂੰ ਪੱਕਾ ਪਤਾ ਸੀ ਕਿ ਇਹ ਪਹਿਲਾਂ ਸਿੱਖ ਨੇ, ਬਾਕੀ ਸਭ ਕੁਝ ਨੇ, ਬਾਅਦ ਚ ਨੇ ਸਭ ਕੁਝ। ਉਹਨਾਂ ਨੇ ਕਿਹਾ ਕਿ ਜਿਹੜਾ ਨਿਰੰਕਾਰੀ ਸੰਮੇਲਨ ਇਸ ਸਾਲ ਦਾ ਹੈ ਉਹ ਅੰਮ੍ਰਿਤਸਰ ਰੱਖਿਆ ਜਾਵੇ, ਹੂੰ ਸੈਂਟਰਲ ਏਜੰਸੀਆਂ ਨੇ ਕਿਹਾ। ਹੂੰ ਹਾਲਾਂਕਿ ਜਦੋਂ ਸਿੱਖ ਦੀ ਉਹਦੇ ਖਿਲਾਫ ਪ੍ਰਦਰਸ਼ਨ ਚੱਲ ਰਹੇ ਨੇ, ਹੂੰ ਉਸ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਜਾਜ਼ਤ ਦੇਣਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਹੈ। ਹੂੰ ਇਹ ਇੱਥੋਂ ਸ਼ੁਰੂ ਹੋ ਜਾਂਦੀ ਹੈ ਕਹਾਣੀ। ਜੀ। ਨਾ ਕੇਵਲ ਇਜਾਜ਼ਤ ਦਿੱਤੀ, ਹੂੰ ਬਲਕਿ ਸੰਤ ਜਰਨੈਲ ਸਿੰਘ ਤੇ ਭਾਈ ਫੌਜਾ ਸਿੰਘ ਅਖੰਡ ਕੀਰਤਨੀ ਹੈੱਡ ਉਸ ਵਕਤ ਸਲਾਹ ਕਰਦੇ ਨੇ ਵੀ ਜੇ ਅੱਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕੇ ਇਹ ਪਖੰਡ ਦਾ ਪ੍ਰਚਾਰ ਕਰਨਗੇ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ? ਸਿੱਖ ਤਾਂ ਕਿਤੇ ਵੀ ਨਹੀਂ ਜਾ ਸਕਦੇ। ਫਿਰ ਉਹਨਾਂ ਨੇ ਉਹਦਾ ਸ਼ਾਂਤੀਪੂਰਨ ਰੋਸ ਪ੍ਰਗਟ ਕੀਤਾ। ਰੋਸ ਪ੍ਰਗਟ ਕਰਨ ਦੇ ਨਾਲ ਜੋ ਵਾਪਰਿਆ ਆਪਾਂ ਸਾਰਿਆਂ ਨੂੰ ਪਤਾ ਹੈ ਕਿ 13 ਅਪ੍ਰੈਲ ਦੀ ਵਿਸਾਖੀ 1978 ਨੂੰ ਨੰਗੇ ਚਿੱਟੇ ਦਿਨ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ 14 ਸਿੱਖ ਸ਼ਹੀਦ ਕਰਤੇ ਤੇ ਅਨੇਕਾਂ ਜ਼ਖਮੀ ਕਰਤੇ। ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਹੈ। ਅੱਜ ਤੱਕ ਤੁਸੀਂ ਪ੍ਰੂਫ ਮੰਗਿਆ, ਅੱਜ ਤੱਕ ਕੋਈ ਦੱਸ ਦੇਵੇ ਕਿ ਇੱਕ ਵੀ ਨਿਰੰਕਾਰੀ ਨੂੰ 1 ਘੰਟੇ ਦੀ ਕੈਦ ਹੋਈ ਹੋਵੇ। ਕੇਸ ਕਿਹਨੇ ਬਣਾਉਣਾ ਸੀ? ਕੇਸ ਸਰਕਾਰ ਨੇ ਬਣਾਉਣਾ ਸੀ। ਵਾਪਰੀ ਤਾਂ ਪੰਜਾਬ ਦੇ ਵਿੱਚ ਸੀ, ਕੇਸ ਚੱਲਿਆ ਕਾਨਪੁਰ ਜਾ ਕੇ। ਕੇਸ ਪੰਜਾਬ 'ਚ ਕਿਉਂ ਨਹੀਂ ਚੱਲਿਆ? ਕਰਨਾਲ ਚੱਲਿਆ, ਕਾਨਪੁਰ ਚੱਲਿਆ, ਜਾਂ ਪੰਜਾਬ ਤੋਂ ਬਾਹਰ ਕਿਉਂ ਚੱਲਿਆ? ਕਿਵੇਂ ਉਹ ਪੰਜਾਬ ਤੋਂ ਬਾਹਰ ਚਲਾ ਗਿਆ? ਕਿਵੇਂ ਗੋਲੀ ਚਲਾਉਣ ਵਾਲਾ ਬੰਦਾ ਘੇਰਾਬੰਦੀ ਕਰਕੇ ਅਰੈਸਟ ਕਰਨਾ ਸਰਕਾਰ ਦਾ ਕੰਮ ਬਣਦਾ ਕਿ ਉਹਨੂੰ ਭਜਾ ਦੇਣਾ ਸਰਕਾਰ ਦਾ ਕੰਮ ਬਣਦਾ? ਇੱਥੋਂ ਇਹ ਕਾਰਵਾਈ ਜਿਹੜੀ ਹੈ ਇਹ ਸ਼ੁਰੂ ਹੋ ਗਈ ਸੀ। ਸਿੱਖ ਨਹੀਂ ਸਮਝੇ। ਮੈਨੂੰ ਪਤਾ ਲੱਗਾ ਵੀ ਸਰਕਾਰੀ ਗੱਡੀ ਦੇ ਵਿੱਚ ਪੰਜਾਬ ਤੋਂ ਬਾਹਰ ਭੇਜਿਆ ਗਿਆ। ਚਲੋ ਸਰਕਾਰੀ ਗੱਡੀ ਤਾਂ ਉਸ ਦਿਨ ਉਹਨਾਂ ਦਿਨਾਂ 'ਚ ਵੀ ਇਹ ਗੱਲ ਹੋਈ ਸੀ, ਬਾਅਦ 'ਚ ਵੀ ਅਸੀਂ ਪੜ੍ਹਦੇ ਰਹੇ ਹਾਂ। ਇਹ ਜ਼ਰੂਰ ਹੈ ਕਿ ਸਰਕਾਰ ਦੀ ਸ਼ਰਨ ਜ਼ਰੂਰ ਸੀ। ਜੀ। ਗੱਡੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸੀ ਤੇ ਜਾਂ ਕਿਸੇ ਅਫਸਰ ਦੀ ਸੀ ਜਾਂ ਕਿਸੇ ਵਪਾਰੀ ਦੀ ਸੀ, ਪਰ ਉਹ ਸਰਕਾਰ ਦੀ ਨਿਗਰਾਨੀ ਹੇਠ ਨਿਕਲ ਰਹੀ ਸੀ। ਜੀ। ਨਹੀਂ ਤਾਂ ਸਿੱਖਾਂ ਤਾਂ ਫੜ ਲੈਣਾ ਸੀ ਉੱਥੇ ਜਿੱਥੇ ਕਿਤੇ ਮਿਲਦਾ ਉਹ ਪਤਾ ਲੱਗਦਾ ਵੀ ਆਹ ਕਾਤਲ ਜਾ ਰਿਹਾ ਹੈ ਜਾਂ ਇਹ 4 ਬੰਦੇ 10 ਬੰਦੇ ਜਾ ਰਹੇ ਨੇ। ਸੋ ਮਤਲਬ ਕਹਿਣ ਤੋਂ ਕੇਸ ਨੂੰ ਕਮਜ਼ੋਰ ਕੀਤਾ ਗਿਆ, ਬਾਹਰ ਚਲਾਇਆ ਗਿਆ, ਗਵਾਹੀਆਂ ਨਾ ਪੇਸ਼ ਕੀਤੀਆਂ ਗਈਆਂ ਜੀ ਤੇ ਕਹਿ ਦਿੱਤਾ ਗਿਆ ਜੀ ਕੋਈ ਐਵੀਡੈਂਸ ਨਹੀਂ। ਹੋਰ ਐਵੀਡੈਂਸ ਸਰਕਾਰ ਨੇ ਹੀ ਪੈਦਾ ਕਰਨੇ ਹੁੰਦੇ ਨੇ। ਸੋ ਪ੍ਰਕਾਸ਼ ਸਿੰਘ ਬਾਦਲ ਨੇ ਇਹ ਐਕਸ਼ਨ ਦੇ ਵਿੱਚ ਆਹ ਭੂਮਿਕਾ ਨਿਭਾ ਕੇ ਸੈਂਟਰਲ ਏਜੰਸੀਆਂ ਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਮੈਂ ਤੁਹਾਡੇ ਇਸ਼ਾਰੇ ਤੇ ਹਰ ਉਹ ਕੰਮ ਕਰਨ ਲਈ ਤਿਆਰ ਹਾਂ, ਪਰ ਮੈਨੂੰ ਤੁਸੀਂ ਰਾਜ ਭਾਗ ਦਿੰਦੇ ਰਹੋ। ਜੀ। ਉਹ ਤੋਂ ਬਾਅਦ ਹੁਣ ਕੋਈ ਰਿਕਾਰਡ ਪੈਦਾ ਕਰੀ ਜੋ ਜੀ 4 ਵਾਰੀ ਬਣ ਗਿਆ, 5 ਵਾਰੀ ਬਣ ਗਿਆ, ਉਹ ਤਾਂ ਬਣੂਗਾ ਜਿੰਨੀ ਦੇਰ ਤੱਕ ਉਹ ਗੁਲਾਮੀ ਉਹਨੇ ਸਵੀਕਾਰ ਕੀਤੀ ਹੋਈ। ਹੁਣ ਆ ਗਈ ਗੱਲ 84 ਦੀ। ਜੀ।
84 ਦੇ ਵਿੱਚ ਤੁਹਾਨੂੰ ਮੋਰਾਰਜੀ ਦੇਸਾਈ ਦੀ ਜਗ੍ਹਾ ਤੇ ਇੰਦਰਾ ਗਾਂਧੀ ਦਿਸੂਗੀ। ਪਰ ਇਹ ਗੱਲ ਮੈਂ ਇੱਥੇ ਬਿਲਕੁਲ ਨੰਗਾ ਚਿੱਟਾ ਸਪਸ਼ਟ ਕਰਨਾ ਚਾਹੁੰਦਾ, ਘੱਲੂਘਾਰੇ ਦਾ ਮਕਸਦ ਹੀ ਇਹ ਹੈ ਸਮਝਣਾ ਕਿ ਕਾਂਗਰਸ ਹੋਵੇ ਜੀ, ਬੀਜੇਪੀ ਹੋਵੇ, ਕਾਮਰੇਡ ਹੋਣ, ਤੁਸੀਂ ਉਹਨਾਂ ਦੀਆਂ ਭੂਮਿਕਾ ਪੜ੍ਹ ਲਓ। ਆਮ ਆਦਮੀ ਪਾਰਟੀ ਤਾਂ ਅੱਜ ਆਈ ਹੈ, ਇਹਦੇ ਬਾਰੇ ਮੈਂ ਉਸ ਟਾਈਮ ਦੇ ਵਿੱਚ ਗੱਲ ਤਾਂ ਨਹੀਂ ਕਰ ਸਕਦਾ, ਪਰ ਅੱਜ ਇਹਦੇ ਵੀ ਲੱਛਣ ਇਹੋ ਜਿਹੇ ਨੇ ਕਿ ਉਹਨਾਂ ਨਾਲ ਹੀ ਜਾ ਕੇ ਮਿਲੂਗੀ ਇਹ। ਪਰ ਅੱਜ ਮੈਂ ਉਸ ਟਾਈਮ ਦੇ ਵਿੱਚ ਇਹਦੀ ਗੱਲ ਨਹੀਂ ਕਰ ਸਕਦਾ ਕਿਉਂਕਿ ਇਹ ਬਹੁਤ ਬਾਅਦ ਚ ਆਈ ਜੀ ਪਾਰਟੀ ਹੈ। ਜਿਹੜੀ ਕਿਤਾਬ ਲਿਖੀ ਹੈ ਅਡਵਾਨੀ ਨੇ, ਕਿਉਂਕਿ ਉਹ ਡਿਪਟੀ ਪ੍ਰਾਈਮ ਮਿਨਿਸਟਰ ਰਹਿ ਚੁੱਕਾ ਹੈ, ਉਹ ਵੀ ਕਹਿੰਦਾ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਇੰਦਰਾ ਗਾਂਧੀ ਝਿਜਕ ਰਹੀ ਸੀ ਤੇ ਅਸੀਂ ਉਹਨੂੰ ਤਿਆਰ ਕੀਤਾ ਕਿ ਨਹੀਂ ਇਹ ਜ਼ਰੂਰੀ ਹੈ। ਇੰਦਰਾ ਗਾਂਧੀ ਨੇ ਕਰਤਾ। ਦੋਨੋਂ ਪਾਰਟੀਆਂ ਦੀ ਸੋਚ ਇੱਕੋ ਹੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਯਾਰ ਬਣਿਆ ਹੋਇਆ ਬੀਜੇਪੀ ਦਾ। 9 ਮਾਸ ਦਾ ਰਿਸ਼ਤਾ ਕਹਿੰਦਾ ਹੈ। ਇੱਕ ਵੀ ਬਿਆਨ ਦਿਖਾ ਦਿਓ ਕੋਈ ਬੰਦਾ ਮੈਨੂੰ ਕਿ ਬੀਜੇਪੀ ਨੇ ਦਰਬਾਰ ਸਾਹਿਬ ਦੇ ਉੱਤੇ ਭਿਆਨਕ ਅਟੈਕ ਨੂੰ ਕਦੇ ਨਿੰਦਿਆ ਹੋਵੇ। ਨਹੀਂ ਨਿੰਦਿਆ ਈਵਨ ਜਿਹੜੀ ਬਿਲਕੁਲ ਵਿਰੋਧੀ ਧਿਰ ਕਾਂਗਰਸ ਆ, ਬਿਲਕੁਲ ਜੀ, ਪਰ ਹਰ ਕੰਮ ਤੇ ਉਂਗਲ ਚੁੱਕ ਦੇਣਗੇ। ਉਹ ਭਾਵੇਂ ਕੋਈ ਜਹਾਜ਼ਾਂ ਦਾ ਖਰੀਦੋ ਫਰੋਖਤ ਹੋਵੇ, ਦੂਜਾ ਖਰੀਦੋ ਫਰੋਖਤ ਹੋਵੇ, ਪਰ ਜਦੋਂ 84 ਦੀ ਗੱਲ ਆਉਂਦੀ ਫਿਰ ਨਹੀਂ ਉਂਗਲ ਚੁੱਕਦੇ, ਫਿਰ ਦੋਨੋਂ ਇਕੱਠੇ ਹੋ ਜਾਂਦੇ ਨੇ। ਬੜੀ ਸਮਝਣ ਵਾਲੀ ਗੱਲ ਦੇਖੋ ਕਿ ਇਹ ਦੋਨੋਂ ਧਿਰ ਦੀ ਹਰ ਗਤੀਵਿਧੀ ਜਿਹੜੀ ਹੁੰਦੀ ਹੈ ਉੱਤੇ ਅਸੀਂ ਉਸੇ ਵੇਲੇ ਉਂਗਲ ਚੁੱਕ ਦਿੰਦੇ ਆ, ਪਰ ਇਸ ਗਤੀਵਿਧੀ ਦੇ ਉੱਪਰ ਕਦੇ ਨਹੀਂ ਆਉਂਦੇ ਹਨ। ਇਹ ਦੋਨੋਂ ਇੱਕ ਨੇ। ਭਾਵ ਕਹਿਣ ਤੋਂ ਜਿਹੜੀ ਸਟੇਟ ਪਾਲਿਸੀ ਹੈ, ਇੰਡੀਅਨ ਸਟੇਟ ਦੀ ਜਿਹੜੀ ਪਾਲਿਸੀ ਹੈ, ਉਹ ਮਾਈਨੋਰਿਟੀ ਨੂੰ, ਖਾਸ ਕਰ ਸਿੱਖਾਂ ਤੇ ਮੁਸਲਮਾਨਾਂ ਨੂੰ ਖਤਮ ਕਰਨ ਦੀ ਹੈ। ਇੱਕ ਉਦਾਹਰਨ ਦੇ ਕੇ ਮੈਂ ਗੱਲ ਖਤਮ ਕਰਾਂਗਾ। ਇਹ ਜਿਹੜੀ ਗੱਲ ਚੱਲ ਰਹੀ ਹੈ ਕਿ ਜਿਵੇਂ ਪੰਜਾਬ ਤੇ ਸਿੱਖਾਂ ਦੇ ਦਰਬਾਰ ਸਾਹਿਬ ਤੇ ਹਮਲੇ 'ਚ ਇਕੱਠੇ ਸੀਗੇ, ਉਸੇ ਤਰ੍ਹਾਂ ਹੀ ਇਹ ਬਾਬਰੀ ਮਸਜਿਦ ਤੇ ਵੀ ਇਕੱਠੇ ਸੀ। ਨਰਸਿਮਹਾ ਰਾਓ ਉੱਪਰ ਪ੍ਰਧਾਨ ਮੰਤਰੀ ਸੀ ਤੇ ਕਲਿਆਣ ਸਿੰਘ ਬੀਜੇਪੀ ਦਾ ਸਟੇਟ ਦੇ ਵਿੱਚ, ਇੱਕ ਪਾਸੇ ਕਾਂਗਰਸ ਸੀ, ਇੱਕ ਪਾਸੇ ਬੀਜੇਪੀ ਸੀ, ਪਰ ਬਾਬਰੀ ਮਸਜਿਦ ਢਾਤੀ ਗਈ। ਉਹ ਵੀ ਮਿਨੋਰਟੀਜ਼ ਦਾ ਸਥਾਨ ਸੀ, ਇਹ ਵੀ ਮਿਨੋਰਟੀਜ਼ ਦਾ ਸਥਾਨ ਸੀ। ਸੋ ਉਸ ਤੁਸੀਂ ਪਲੈਨਡ ਦੀ ਗੱਲ ਕਰਦੇ ਹੋ, ਇਹ ਸਾਰਾ ਕੁਝ ਪਲੈਨਡ ਹੁੰਦਾ ਹੈ। ਅਚਨਚੇਤ ਹੋਈ ਕਾਰਵਾਈ ਨਹੀਂ ਹੈ। ਅਚਨਚੇਤ ਕਾਰਵਾਈ ਜਿਹੜੀ ਤੁਸੀਂ ਗੱਲ ਕੀਤੀ ਸੀ, ਹੁਣ ਉਹਦੇ ਬਾਰੇ ਤੁਸੀਂ ਉਹ ਗੱਲ ਕੀਤੀ ਹੈ, ਮੈਂ ਬਿਲਕੁਲ ਸਹਿਮਤ ਹਾਂ ਕਿ ਚਕਰਾਤੇ ਦੀਆਂ ਪਹਾੜੀਆਂ ਤੇ ਅੱਜ ਮੈਂ ਸਵੇਰੇ ਵੀ ਪੜ੍ਹ ਕੇ ਆਇਆ, ਪਹਿਲਾਂ ਵੀ ਪੜ੍ਹਿਆ ਹੈ, ਜਨਰਲ S.K. ਸਿਨਹਾ, ਉਹਨਾਂ ਨੂੰ ਪਹਿਲਾਂ ਇਹ ਡਿਊਟੀ ਦਿੱਤੀ ਗਈ ਸੀ। ਈਵਨ ਉਹਨਾਂ ਨੇ ਇੱਕ ਡਿਊਟੀ ਨਿਭਾਈ ਵੀ ਹੈ ਜਦੋਂ ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਮਹਿਤਾ ਚੌਂਕ 'ਚ ਹੋਈ ਹੈ। ਉਸ ਵਕਤ ਮਿਲਟਰੀ ਵੱਲੋਂ ਉਹ ਡਿਊਟੀ ਤੇ ਸੀਗੇ। ਉਦੋਂ ਉਹਨਾਂ ਨੇ ਦੇਖ ਲਿਆ ਸੀ ਕਿ ਜਿਹੜੇ ਇਹ ਇਮੋਸ਼ਨਸ ਨੇ, ਇਹਨਾਂ ਦੇ ਆਧਾਰ ਦੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਠੀਕ ਨਹੀਂ ਹੈ। ਉਹਨੇ ਆਪਣੀ ਐਡਵਾਈਜ਼ਰੀ, ਉਹ ਆਪ ਕਹਿੰਦੇ ਨੇ, ਕਮਰ ਸੰਧੂ ਦੇ ਨਾਲ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਮੈਂ ਆਪਣੀ ਐਡਵਾਈਜ਼ਰੀ ਪ੍ਰਾਈਮ ਮਿਨਿਸਟਰ ਨੂੰ ਤੇ ਰੱਖਿਆ ਮੰਤਰੀ ਰਾਹੀਂ ਭੇਜ ਦਿੱਤੀ ਸੀ ਕਿ ਦਰਬਾਰ ਸਾਹਿਬ ਤੇ ਕਿਸੇ ਵੀ ਹੀਲੇ ਅਟੈਕ ਕਰਨ ਬਾਰੇ ਸੋਚੋ ਵੀ ਨਾ। ਜ਼ਿੰਦਗੀ ਭਰ ਦਾ ਇਹ ਤੁਹਾਡਾ ਇੱਕ ਰਿਫਟ ਪੈ ਜਾਏਗੀ, ਇੱਥੇ ਸਿੱਖ ਜਿਹੜੇ ਨੇ ਉਹ ਬਰਦਾਸ਼ਤ ਨਹੀਂ ਕਰ ਸਕਣਗੇ, ਕੋਈ ਹੋਰ ਤਰੀਕਾ ਅਪਣਾ ਲਓ। ਉਹਨੇ ਇੱਥੋਂ ਤੱਕ ਸਲਾਹ ਦਿੱਤੀ ਕਿ ਘੰਟਾ ਘਰ ਵਾਲੇ ਪਾਸੇ ਬਾਹਰ ਇੱਕ ਚਾਨਣੀ ਲਾ ਕੇ, ਟੈਂਟ ਲਾ ਕੇ, ਚੰਦੋਵਾ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ ਤੇ ਬਾਰ-ਬਾਰ ਅਪੀਲ ਕੀਤੀ ਜਾਵੇ ਸੰਤ ਜਰਨੈਲ ਸਿੰਘ ਨੂੰ ਵੀ ਜੇ ਤੂੰ ਸਾਡੇ ਸਾਹਮਣੇ ਆਤਮ ਸਮਰਪਣ ਨਹੀਂ ਕਰਨਾ ਚਾਹੁੰਦਾ, ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਆਤਮ ਸਮਰਪਣ ਕਰ ਦੇ, ਉਹਦਾ ਮਾਣ ਵੀ ਰਹਿ ਜਾਊਗਾ ਤੇ ਤੁਹਾਡੀ ਗੱਲ ਵੀ। ਪਰ ਸਰਕਾਰ ਇਹ ਨਹੀਂ ਚਾਹੁੰਦੀ ਸੀ। ਇਹ S.K. ਸਿਨਹਾ ਜਰਨਲ ਇਹ ਉਹ ਗੱਲ ਕਹਿੰਦੇ ਨੇ ਜੀ। ਉਹ ਕਹਿੰਦੇ ਨੇ ਕਿ ਚਕਰਾਤੇ ਤੋਂ ਬਾਅਦ ਸਰਸਾਵਾ ਤੇ ਇੱਕ ਹੋਰ ਥਾਂ ਤੇ ਵੀ ਦਰਬਾਰ ਸਾਹਿਬ ਦੇ ਮਾਡਲ ਦੇ ਉੱਤੇ ਟ੍ਰੇਨਿੰਗ ਕਰਨਾ ਚਾਹੁੰਦੇ ਸੀ। ਪਰ ਸਰਸਾਵਾ ਯੂਪੀ ਦੇ ਵਿੱਚ, ਜਿਹੜਾ ਸਰਸਾਵਾ ਸ਼ਾਇਦ ਯੂਪੀ ਦੇ ਵਿੱਚ ਹੈ, ਇੱਕ ਇੱਧਰ ਦੇਹਰਾਦੂਨ ਦੇ ਰਾਹ 'ਚ ਹੀ ਪੈਂਦਾ, ਜਿੱਥੇ ਵੀ ਸਰਸਾਵਾ ਇਹਨਾਂ ਦਾ ਸਟੇਸ਼ਨ ਹੈ ਇੱਕ, ਉਹਦੇ ਉੱਤੇ ਵੀ ਟ੍ਰੇਨਿੰਗ ਦੀ ਗੱਲ ਚੱਲੀ ਸੀ। ਪਰ ਪੱਕੇ ਤੌਰ ਤੇ ਇਹਨਾਂ ਨੇ ਚਕਰਾਤੇ ਨੂੰ ਚੁਣਿਆ ਕਿ ਉੱਥੋਂ ਇਹਨਾਂ ਨੂੰ ਲੱਗਦਾ ਸੀ ਕਿ ਇੱਧਰ ਖਬਰ ਘੱਟ ਆਊਗੀ। ਹੁਣ 18 ਮਹੀਨੇ ਜਿਹੜੇ ਨੇ ਉਹ ਘੱਟ ਤਾਂ ਹੁੰਦੇ ਨਹੀਂ ਹਨ। ਇੱਧਰੋਂ ਗੱਲਬਾਤ ਚੱਲ ਰਹੀ ਸੀ, ਅਸਲ ਵਿੱਚ ਗੱਲਬਾਤ ਕਰਨ ਵਾਲੇ ਵੀ ਨਾ ਉਹਦੇ ਨਾਲ ਮਿਲੇ ਹੋਏ ਸੀ। ਕਿਉਂਕਿ ਇਹ ਮੋਰਚਾ ਜਦੋਂ ਸ਼ੁਰੂ ਹੋਇਆ, ਇਹ ਮੋਰਚਾ 2 ਰੂਪ 'ਚ ਸ਼ੁਰੂ ਹੋਇਆ ਸੀ, ਫਿਰ ਇੱਕ ਰੂਪ ਹੋਇਆ। ਨਵੇਂ ਅਕਾਲੀ ਜਿਹੜੇ ਸੱਤਾ ਤੋਂ ਬਾਹਰ ਆਏ ਸੀ, ਉਹਨਾਂ ਨੂੰ ਆਪਣੀ ਸੱਤਾ ਦੀਆਂ ਸਰਗਰਮੀਆਂ ਵਾਸਤੇ ਇੱਕ ਪੁਆਇੰਟ ਮਿਲਿਆ। ਪੁਆਇੰਟ ਤਾਂ ਉਹ ਚੰਗਾ ਸੀ ਕਿ ਇੱਥੋਂ ਪਟਿਆਲੇ ਦੇ ਨੇੜੇ ਕਪੂਰੀ ਪਿੰਡ ਹੈ, ਉੱਥੋਂ SYL ਨਹਿਰ ਕੱਢੀ ਜਾਣੀ ਸੀ। ਤਾਂ ਪਾਣੀਆਂ ਦੇ ਮੁੱਦੇ ਦੇ ਉੱਤੇ ਅਕਾਲੀਆਂ ਨੇ ਮੋਰਚਾ ਲਾਇਆ। ਉਧਰ ਅਚਾਨਕ ਉਹਨਾਂ ਦਿਨਾਂ ਦੇ ਵਿੱਚ ਕੁਝ ਟਕਸਾਲ ਦੇ ਸਿੰਘ ਫੜੇ ਗਏ। ਉਹਨਾਂ ਦੀ ਜ਼ਮਾਨਤ ਕਰਾਉਣ ਵਾਸਤੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਅਦਾਲਤ 'ਚ ਗਏ ਅੰਮ੍ਰਿਤਸਰ, ਤਾਂ ਉਹਨਾਂ ਨੂੰ ਵੀ ਉੱਥੇ ਬਿਠਾ ਲਿਆ ਪੁਲਿਸ ਨੇ ਜ਼ਬਰਦਸਤੀ
ਸੰਤ ਜੀ ਤੋਂ ਇਹ ਬਰਦਾਸ਼ਤ ਨਹੀਂ ਹੋਇਆ। ਉਹਨਾਂ ਨੇ ਮਹਿਤੇ ਚੌਂਕ ਤੋਂ ਆਪਣਾ ਚੁੱਕਿਆ ਸਥਾਨ ਤੇ ਆ ਕੇ ਦਰਬਾਰ ਸਾਹਿਬ ਬੈਠ ਕੇ ਵੀ ਮੈਂ ਤਾਂ ਇੱਥੇ ਮੋਰਚਾ ਲਾ ਦੇਣਾ, ਜੇ ਮੇਰੇ ਸਿੰਘ ਨਾ ਛੱਡੇ ਤੇ ਮੈਂ ਹਰ ਰੋਜ਼ ਗ੍ਰਿਫਤਾਰੀਆਂ ਦਿਆ ਕਰਾਂਗਾ, ਵੀ ਜੇ ਗ੍ਰਿਫਤਾਰ ਕਰਨਾ ਸਾਰਿਆਂ ਨੂੰ ਕਰ ਲਓ। ਇੱਧਰ ਇਹ ਸੀ, ਇਹ ਕੁਝ ਦਿਨ ਇਹ ਬਰਾਬਰ ਚੱਲੇ। ਫਿਰ ਵਿਚੋਲੇ ਵਿੱਚ ਪਏ, ਮੈਨੂੰ ਲੱਗਦਾ ਅਸਲ ਵਿੱਚ ਵਿਚੋਲੇ ਇਹ ਪਏ ਕਿ ਅਕਾਲੀ ਤਾਂ ਹੈਗੇ ਨੇ ਸਿਆਸੀ ਬੰਦੇ, ਇਹ ਤਾਂ ਆਪਣੀ ਸਿਆਸਤ ਵਾਸਤੇ ਸਰਗਰਮੀਆਂ ਕਰ ਰਹੇ ਨੇ, ਪਰ ਜਿਹੜੇ ਸੰਤ ਜਰਨੈਲ ਸਿੰਘ ਹੈ ਇਹ ਤਾਂ ਇੱਕ ਧਾਰਮਿਕ ਬੰਦਾ ਹੈ। ਇੱਕ ਹੋਰ ਬੜੀ ਵੱਡੀ ਏਜੰਸੀਆਂ ਨੂੰ ਪਤਾ ਸੀ ਕਿ ਰਿਫਟ ਚੱਲ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਤੇ ਟਕਸਾਲ ਦੀ। ਜਿਸ ਦਿਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਦਸਤਾਰਬੰਦੀ ਸੀ ਮੁਖੀ ਦੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਇੱਕ ਚੀਫ ਮਿਨਿਸਟਰ ਦੇ ਤੌਰ ਤੇ ਉਹਦੇ ਸ਼ਾਮਲ ਹੋਇਆ ਸੀ। ਤਾਂ ਉਸ ਦਿਨ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਟਕਸਾਲ ਜੋ ਮੰਗੂਗੀ ਤਾਂ ਉਹ ਜਿਹੜਾ ਹੈ ਅਸੀਂ ਬਹੁਤ ਜਲਦੀ ਪੂਰਾ ਕਰ ਦਿਆਂਗੇ, ਪੰਜਾਬ ਸਰਕਾਰ ਦਾ ਇਹ ਵਾਅਦਾ ਹੈ। ਪਰ ਇਸ ਗੱਲ ਨੂੰ ਜਦੋਂ ਸੰਤ ਜੀ ਨੇ ਬੋਲਿਆ ਉਸੇ ਟਾਈਮ ਹੀ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਟਕਸਾਲ ਹੈ ਇਹ ਦਸ਼ਮੇਸ਼ ਪਿਤਾ ਦੀ ਵਰਸਾਈ ਹੋਈ ਹੈ, ਇਹ ਸਰਕਾਰਾਂ ਤੋਂ ਨਹੀਂ ਲੈਂਦੀ। ਹਾਂ, ਸਰਕਾਰ ਨੂੰ ਕਦੇ ਲੋੜ ਪਈ ਕਿਸੇ ਫੰਡ ਦੀ, ਟਕਸਾਲ ਕੋਲ ਬਹੁਤ ਵੱਡਾ ਖਜ਼ਾਨਾ ਹੈ, ਮਹਾਰਾਜ ਦੀ ਕਿਰਪਾ ਹੈ, ਅਸੀਂ ਇਹਨੂੰ ਦੇ ਦਿਆ ਕਰਾਂਗੇ। ਬਾਦਲ ਸਾਹਿਬ ਨੂੰ ਇਹ ਆਪਣੀ ਗੱਲ ਦਰੁਸਤ ਕਰ ਲੈਣੀ ਚਾਹੀਦੀ ਹੈ। ਸੋ ਉਹ ਵੀ ਇੱਕ ਏਜੰਸੀ ਨੂੰ ਪਤਾ ਸੀ ਕਿ ਇਹਨਾਂ ਦੀ ਰਿਫਟ ਪਹਿਲਾਂ ਹੀ ਚੱਲ ਰਹੀ ਹੈ। ਅੱਗੇ ਜਾ ਕੇ ਭਾਈ ਅਮਰੀਕ ਸਿੰਘ ਦੀ ਇਲੈਕਸ਼ਨ ਜਿਹੜੀ ਸੀ 79 ਦੀ, ਉਹਦੇ ਵਿੱਚ ਜੀਵਨ ਸਿੰਘ ਉਮਰਾ ਨੰਗਲ ਨੂੰ ਖੜੇ ਕਰਨਾ ਬਿਆਸ ਤੋਂ, ਤੇ ਸਾਰੀ ਮਿਨਿਸਟਰੀ ਆ ਕੇ ਭਾਈ ਅਮਰੀਕ ਸਿੰਘ ਦੇ ਉਲਟ ਭੁਗਤਣੀ, ਤੇ ਉਹ ਸਾਰੀਆਂ ਜਿਹੜੀਆਂ ਗੱਲਾਂ ਸੀ ਉਹ ਏਜੰਸੀਆਂ ਦੀ ਨਿਗਾਹ ਸੀ ਵੀ ਇਹਨਾਂ ਨੂੰ ਇਕੱਠੇ ਕਰਕੇ ਅਕਾਲੀਆਂ ਨਾਲ ਅਸੀਂ ਗੱਲ ਤੋੜ ਲਾਂਗੇ, ਤੇ ਜਿਹੜੇ ਮਨਸੂਬੇ ਨੇ ਉਹ ਯੋਜਨਾ ਦਾ ਹਿੱਸਾ ਸੀ। ਇੰਜ ਕਹਿ ਲਈਏ ਵੀ ਪ੍ਰੀ ਪਲਾਨਡ ਕੰਮ ਹੋਇਆ, ਅਚਨਚੇਤ ਕੋਈ ਕਾਰਵਾਈ ਨਹੀਂ ਹੈ। ਸੋ ਦਿਲ ਦੀਆਂ ਗਹਿਰਾਈਆਂ ਤੋਂ ਪ੍ਰੋਫੈਸਰ ਸਾਹਿਬ ਤੁਹਾਡੇ ਧੰਨਵਾਦੀ ਹਾਂ। ਦਰਸ਼ਕੋ, ਤੁਹਾਨੂੰ ਦੱਸਦੇ ਹਾਂ ਫਸਟ ਐਪੀਸੋਡ ਦੇ ਵਿੱਚ ਆਪਾਂ ਕੁਝ ਸਵਾਲ ਕੀਤੇ ਨੇ, ਤੁਹਾਡਾ ਸੰਘਰਸ਼ ਨਾਲ ਲੈਣਾ ਦੇਣਾ ਕੀ ਹੈ, ਤੇ ਸੈਕੰਡ ਆਪਣਾ ਸਵਾਲ ਇਹ ਸੀ ਕਿ ਇਹ ਸਾਰਾ ਕੁਝ ਜੋ ਕੁਝ ਹੋਇਆ ਪ੍ਰੀ ਪਲਾਨਡ ਹੋਇਆ ਜਾਂ ਅਚਨਚੇਤ ਕੋਈ ਕਾਰਵਾਈ ਹੋਈ। ਮੇਰੇ ਖਿਆਲ ਦੇ ਵਿੱਚ ਕਾਫੀ ਸਵਾਲਾਂ ਦੇ ਜਵਾਬ ਤੁਹਾਨੂੰ ਮਿਲੇ ਕੋਣੇ ਨੇ। ਬਾਕੀ ਫਿਰ ਵੀ ਪ੍ਰੋਗਰਾਮ ਦੇਖਣ ਤੋਂ ਬਾਅਦ ਆਪਣੇ ਕਮੈਂਟਸ ਦੇ ਵਿੱਚ ਸਵਾਲ ਤੁਸੀਂ ਰੱਖਿਆ ਜੇ, ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਦਿਆਂ ਉਹ ਸਾਰੇ ਤੁਹਾਡੇ ਸਵਾਲ, ਪਬਲਿਕ ਦੇ ਸਵਾਲ, ਮੈਂ ਪ੍ਰੋਫੈਸਰ ਸਾਹਿਬ ਨੂੰ ਫਿਰ ਦੁਬਾਰਾ ਨਿਯੋਤਾ ਦਿਆਂਗਾ ਸਟੂਡੀਓ ਵਿੱਚ ਆਉਣ ਦਾ, ਤੇ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਾਂਗੇ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਇੰਤਜ਼ਾਰ ਕਰਦੇ ਰਹੋ ਪ੍ਰੋਗਰਾਮ ਦੇ ਸੈਕੰਡ ਪਾਰਟ ਦਾ, ਕਿਉਂਕਿ ਪਾਰਟ 1, ਪਾਰਟ 2, ਪਾਰਟ 3 ਜੇ ਇਸ ਤੋਂ ਵੀ ਅੱਗੇ ਚੱਲਿਆ ਤੇ ਜ਼ਰੂਰ ਚਲਾਵਾਂਗੇ। ਘੱਟੋ ਘੱਟ ਸਾਡੇ ਬੱਚੇ ਨੂੰ ਪਤਾ ਲੱਗੇ ਕਿ ਜੂਨ 1984 ਇਸ ਤੋਂ ਪਹਿਲਾਂ ਦੇ ਹਾਲਾਤ ਤੇ ਬਾਅਦ ਦੇ ਹਾਲਾਤ ਕੈਸੇ ਸਨ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆ ਰਿਹਾ ਮੈਂ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।